ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਸੀਂ ਇਸ ਵਕਤ ਰੇਡੀਓ ਪੰਜਾਬ ਟੂਡੇ ਦੇ ਬਠਿੰਡਾ ਸਟੂਡੀਓ ਤੋਂ ਸਾਡੇ ਨਾਲ ਜੁੜੇ ਹੋ। ਅੱਜ ਦੀਆਂ ਤਾਜ਼ਾ ਤਰੀਨ ਖਬਰਾਂ ਲੈ ਕੇ ਸਾਡੇ ਪੱਤਰਕਾਰ ਸਾਹਿਬਾਨ ਤੁਹਾਡੇ ਨਾਲ ਜੁੜ ਚੁੱਕੇ ਨੇ। ਸਭ ਤੋਂ ਪਹਿਲਾਂ ਚੱਲਦੇ ਹਰਿਆਣੇ ਤੋਂ ਸਦਾ ਬਲਜੀਤ ਸਿੰਘ ਜੀ ਸਿਰਸਾ ਸਾਡੇ ਨਾਲ ਜੁੜ ਗਏ ਨੇ। ਬਲਜੀਤ ਜੀ ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਬਲਜੀਤ ਜੀ, ਸਭ ਤੋਂ ਪਹਿਲਾਂ ਮੌਜੂਦਾ ਸਮੇਂ ਦੀ ਗੱਲ ਕਰੀਏ ਤਾਂ ਕਿਸਾਨ ਅੰਦੋਲਨ ਕਿੱਥੇ ਕੁ ਪੁੱਜਾ ਹੈ? ਕਿਉਂਕਿ ਜੋ ਤਸਵੀਰਾਂ ਆ ਰਹੀਆਂ ਨੇ ਲਗਾਤਾਰ ਕਿਸਾਨਾਂ ਦਾ ਇਕੱਠ ਉੱਥੇ ਵੱਧ ਰਿਹਾ। ਜੀ ਬਿਲਕੁਲ, 7 ਤਰੀਕ ਦਾ ਪ੍ਰੋਗਰਾਮ ਜੋ ਉਲੀਕਿਆ ਗਿਆ ਸੀ ਉਹ ਤੁਹਾਨੂੰ ਸਾਰਾ ਪਤਾ ਹੀ ਹੈ ਕਿ ਕਿਸ ਤਰ੍ਹਾਂ ਉਸ ਦਿਨ ਉਸ ਕਿਸਾਨਾਂ ਦਾ ਜਮਾਵੜਾ ਹੋਇਆ ਔਰ ਉਸ ਤੋਂ ਬਾਅਦ ਉਹ ਸਾਰੇ ਜਿਹੜੇ ਕਿਸਾਨ ਨੇ ਉੱਥੇ ਹੀ ਪੱਕਾ ਮੋਰਚਾ ਲਾ ਕੇ ਬਹਿ ਗਏ ਔਰ ਲਗਾਤਾਰ ਉੱਥੇ ਬੈਠੇ ਹੈ। ਕੱਲ ਸਾਰਾ ਦਿਨ ਪ੍ਰਸ਼ਾਸਨ ਦੇ ਨਾਲ ਗੱਲਬਾਤ ਦੀਆਂ 3 ਮੀਟਿੰਗਾਂ ਹੋਈਆਂ। ਅੱਜ ਸਵੇਰ ਦਾ ਪ੍ਰਸ਼ਾਸਨ ਦਾ ਕੋਈ ਬੰਦਾ ਨਹੀਂ ਆਇਆ ਮੀਟਿੰਗ ਦੀ ਗੱਲਬਾਤ ਕਰਨ। ਉਸ ਤੋਂ ਬਾਅਦ ਕਿਸਾਨਾਂ ਨੇ ਕਿਹਾ ਕਿ ਅਸੀਂ ਕੱਲ ਤੱਕ ਉਡੀਕਾਂਗੇ, ਪਰਸੋਂ 11 ਤਰੀਕ ਨੂੰ ਇੱਥੇ ਅਸੀਂ ਵੱਡਾ ਫੈਸਲਾ ਲਵਾਂਗੇ ਕਿ ਪੂਰੇ ਹਰਿਆਣਾ ਦੇ ਵਿੱਚ ਕੀ ਕਰਨਾ ਹੈ। ਜਦਕਿ ਅੱਜ ਪੂਰੇ ਸਾਰੇ ਹਰਿਆਣਾ ਦੇ ਵਿੱਚ ਡਿਸਟ੍ਰਿਕਟ ਲੈਵਲ ਤੇ ਹਰ ਕਿਸਾਨਾਂ ਨੇ ਪ੍ਰਦਰਸ਼ਨ ਕੀਤੇ ਨੇ, ਸਰਕਾਰ ਦੇ ਪੁਤਲੇ ਫੂਕੇ ਨੇ ਔਰ ਮੰਗ ਕੀਤੀ ਹੈ ਕਿ ਉਸ ਐਸਡੀਐਮ ਨੂੰ ਸਸਪੈਂਡ ਕੀਤਾ ਜਾਏ ਔਰ ਉਹਦੇ ਤੇ ਮੁਕੱਦਮਾ ਦਰਜ ਕੀਤਾ ਜਾਏ। ਜੀ ਅੱਜ ਤੁਸੀਂ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਦਾ ਬੜਾ ਮੰਦਭਾਗਾ ਬਿਆਨ ਇੱਕ ਦੇਖਿਆ ਹੋਵੇਗਾ ਕਿ ਉਹਨਾਂ ਨੇ ਸਪਸ਼ਟ ਸ਼ਬਦਾਂ 'ਚ ਕਿਹਾ ਹੈ ਕਿ ਅਗਰ ਕਿਸਾਨ ਚਾਹੁੰਦੇ ਨੇ ਐਸਡੀਐਮ ਦੀ ਜਾਂਚ ਹੋਵੇ ਤਾਂ ਜਾਂਚ ਕਰਾਂਗੇ ਤਾਂ ਸਾਰੇ ਐਪੀਸੋਡ ਦੀ ਕਰਾਂਗੇ। ਕੱਲੇ ਕਿਸਾਨਾਂ ਦੀ ਜਾਂਚ ਨਹੀਂ ਕਰਾਂਗੇ, ਪੂਰੇ ਐਪੀਸੋਡ ਕਰਾਂਗੇ ਔਰ ਉਹਦੇ ਵਿੱਚ ਅਗਰ ਕੋਈ ਕਿਸਾਨ ਦੋਸ਼ੀ ਹੋਏਗਾ ਤਾਂ ਉਹਨੂੰ ਵੀ ਫਿਰ ਸਜ਼ਾ ਦੇਵਾਂਗੇ। ਇਟ ਮੀਨ ਸਰਕਾਰ ਦੀ ਜਿਹੜੀ ਨੀਅਤ ਹੈ, ਨੀਤੀ ਹੈ ਉਹ ਸਪਸ਼ਟ ਨਹੀਂ ਹੈ। ਉਹ ਕਿਸਾਨਾਂ ਨੂੰ ਪਿਛਾਂ ਖਿੱਚੂ ਹੈ, ਕਿਸਾਨਾਂ ਦੀ ਵਿਰੋਧੀ ਨੀਤੀ ਹੈ। ਉਹਨਾਂ ਦੇ ਬਿਆਨ ਦੀ ਹਰ ਪੋਲੀਟੀਕਲ ਪਾਰਟੀ ਨੇ, ਹਰ ਲੀਡਰ ਨੇ ਔਰ ਕਿਸਾਨਾਂ ਨੇ ਘੋਰ ਨਿੰਦਾ ਕੀਤੀ ਇਸ ਗੱਲ ਦੀ ਕਿ ਗ੍ਰਹਿ ਮੰਤਰੀ ਦੇ ਬਿਆਨ ਤੋਂ ਸਰਕਾਰ ਦੀ ਨੀਤੀ ਸਪਸ਼ਟ ਹੋ ਰਹੀ ਹੈ ਕਿ ਇਹ ਕਿਸਾਨਾਂ ਨੂੰ ਦੁਬਾਰਾ ਚਾਹੁੰਦੀ ਹੈ, ਅਫਸਰ ਨੂੰ ਪ੍ਰਮੋਟ ਕਰ ਰਹੇ ਨੇ, ਸਿੱਧੀ ਪਨਾਹ ਦੇ ਰਹੇ ਨੇ, ਜਦ ਕਿ ਸਿਰਫ ਇੰਨੀ ਕੁ ਮੰਗ ਕੀਤੀ ਗਈ ਸੀ ਵੀ ਇਹਨੂੰ ਸਸਪੈਂਡ ਕਰਕੇ ਜਾਂਚ ਕਮੇਟੀ ਬਿਠਾ ਦਿਓ। ਜਾਂਚ ਦੇ ਵਿੱਚ ਜੋ ਸਾਹਮਣੇ ਆਂਦਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਂਦਾ। ਇਹ ਪਹਿਲਾਂ ਹੀ ਇਹ ਬਿਆਨ ਦੇਣਾ ਵੀ ਕਿਸਾਨ ਵੀ ਅਗਰ ਕੋਈ ਸ਼ਾਮਿਲ ਹੋਏਗਾ ਇਹਦੇ ਵਿੱਚ ਵੀ ਉਹਨੂੰ ਵੀ ਸਜ਼ਾ ਯਾਫਤਾ ਗਿਣਿਆ ਜਾਏਗਾ ਜਾਂ ਉਹਨੂੰ ਵੀ ਉਸੇ ਤਰ੍ਹਾਂ ਸਜ਼ਾਵਾਂ ਦਿੱਤੀਆਂ ਜਾਣਗੀਆਂ, ਉਸੇ ਤਰ੍ਹਾਂ ਟ੍ਰੀਟ ਕੀਤਾ ਜਾਏਗਾ। ਗ੍ਰਹਿ ਮੰਤਰੀ ਦਾ ਇਸ ਤਰ੍ਹਾਂ ਦਾ ਮੰਦਭਾਗਾ ਬਿਆਨ ਆਣਾ ਸਰਕਾਰ ਦੀ ਨੀਤੀ ਨੂੰ ਸਪਸ਼ਟ ਕਰਦਾ। ਇਹ ਕਿਤੇ ਨਾ ਕਿਤੇ ਮੈਨੂੰ ਲੱਗਦਾ ਇਹ ਵੀ ਥੋੜੀ ਜੀ ਖੱਟੜ ਨਾਲ ਲਾਗਡਾਟ ਵੀ ਹੈਗੀ ਨੇ। ਮੈਨੂੰ ਮੁੱਖ ਮੰਤਰੀ ਬਣਾਉਂਦੇ ਵੀ ਖੱਟੜ ਦੀ ਜਿੰਨੀ ਖੱਟੀ ਹੋਊਗੀ ਉਨਾ ਮੈਨੂੰ ਵੀ ਫਾਇਦਾ ਹੋ ਸਕਦਾ। ਦਾਨੇ ਵਾਲੀਆ ਜੀ, ਬਹੁਤ ਗਹਿਰੀ ਗੱਲ ਕਰ ਰਹੇ ਹੋ। ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ। ਇਹ ਰਾਜਨੀਤੀ ਨਹੀਂ, ਇਹ ਕੂਟਨੀਤੀ ਦੀ ਗੱਲ ਹੈ ਕਿ ਉਹ ਗ੍ਰਹਿ ਮੰਤਰੀ ਇਸ ਟਾਈਪ ਦੇ ਜਾਣ ਕੇ ਵਿਵਾਦਾਸਪਦ ਬਿਆਨ ਦੇ ਰਿਹਾ ਹੈ ਕਿ ਹਰਿਆਣਾ ਸਰਕਾਰ ਦੀ ਥੂ ਹੋਵੇ ਔਰ ਬਹੁਤ ਜਲਦੀ ਖੱਟਰ ਦੀ ਥਾਂ ਤੇ ਮੈਨੂੰ ਬਣਾ ਦਿੱਤਾ ਜਾਵੇ। ਉਹ ਤਾਂ ਇਹਦਾ ਬੜੇ ਚਿਰ ਤੋਂ ਇਹਦਾ ਜਿਹੜਾ ਹੈ ਨਾ ਸੁਪਨਾ ਰਿਹਾ ਔਰ ਇਹਨੇ ਇਸ ਗੱਲ ਨੂੰ ਸਪਸ਼ਟ ਵੀ ਕੀਤਾ ਬੜੀਆਂ ਥਾਵਾਂ ਤੇ ਕਿ ਮੇਰਾ ਬੜਾ ਸੁਪਨਾ ਹੈ ਕਿ ਹਰਿਆਣਾ ਦਾ ਮੁੱਖ ਮੰਤਰੀ ਮੈਂ ਬਣਾ। ਜੀ ਹਰਿਆਣਾ ਦਾ ਮੁੱਖ ਮੰਤਰੀ ਅਗਰ ਬਣਨਾ ਚਾਹਨਾ ਤਾਂ ਕਿਸਾਨਾਂ ਦੇ ਹੱਕ ਦੇ ਵਿੱਚ ਬਿਆਨ ਦੇ, ਕਿਸਾਨ ਹੀ ਤੈਨੂੰ ਮੁੱਖ ਮੰਤਰੀ ਬਣਾਉਣਗੇ। ਆਪਣੀ ਪਾਰਟੀ ਤੋਂ ਅਸਤੀਫਾ ਦੇ ਤੇ ਉਹਨਾਂ ਦੇ ਨਾਲ ਲੱਗ। ਅੱਜ ਇੱਕ ਹੋਰ ਹਰਿਆਣਾ ਦੀ ਘਟਨਾ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਆਪ ਪਾਰਟੀ ਵੱਲੋਂ ਖੇਤੀ ਮਜ਼ਦੂਰ ਬਚਾਓ ਯਾਤਰਾ ਜਿਹੜੀ ਆ ਜੀਂਦ ਪਹੁੰਚੀ ਹੈ। ਰਾਜ ਸਭਾ ਦੇ ਮੈਂਬਰ ਨੇ ਜਿਹੜੇ ਆਪ ਦੇ ਸੁਸ਼ੀਲ ਗੁਪਤਾ, ਉਹਨਾਂ ਦੇ ਨੇਤਰਤਵ ਦੇ ਵਿੱਚ ਟਰੈਕਟਰ ਟਰਾਲੀਆਂ ਤੇ ਬਹੁਤ ਵੱਡੀ ਸੰਖਿਆ ਦੇ ਵਿੱਚ ਜੀਂਦ ਪਹੁੰਚੇ ਨੇ। ਉੱਥੇ ਆ ਕੇ ਉਹਨਾਂ ਨੇ ਕਿਹਾ, ਇਸ ਤੋਂ ਬਾਅਦ ਉਹਨਾਂ ਨੇ ਅੱਗੋਂ ਕਰਨਾਲ ਜਾਣਾ ਹੈ ਔਰ ਉਹਨਾਂ ਨੇ ਸਿੱਧਾ ਕਿਸਾਨਾਂ ਨੂੰ ਸਮਰਥਨ ਦਿੱਤਾ ਹੈ। ਔਰ ਅੱਜ ਉਹਨਾਂ ਨੇ ਪ੍ਰੈਸ ਕਾਨਫਰੰਸ ਕਿਹਾ ਔਰ ਤੁਸੀਂ ਵੀ ਇੱਕ ਸੂਝਵਾਨ ਪੱਤਰਕਾਰ ਹੋ ਇਹ ਗੱਲ ਸਮਝ ਸਕਦੇ ਹੋ ਕਿ ਪੰਜਾਬ ਤੇ ਯੂਪੀ ਦੇ ਵਿੱਚ ਚੁਣਾਵ ਹੈ। ਜੀ ਬਿਲਕੁਲ ਹੈ। 2 ਸਟੇਟਾਂ ਦੇ ਚੁਣਾਵ ਜਿਨ੍ਹਾਂ ਸਟੇਟਾਂ 'ਚ ਹੈ ਉੱਥੇ ਅੰਦੋਲਨ ਨਹੀਂ ਚੱਲ ਰਿਹਾ, ਉੱਥੇ ਕੁਝ ਵੀ ਨਹੀਂ ਹੋ ਰਿਹਾ। ਉਹਨਾਂ ਸਟੇਟਾਂ ਤੋਂ ਅੰਦੋਲਨ ਨੂੰ ਟ੍ਰਾਂਸਫਰ ਕਰਕੇ ਹਰਿਆਣਾ ਦੇ ਵਿੱਚ ਕਰਨਾ ਹੈ। ਇਹ ਸਾਰਾ ਉਸ ਕੂਟਨੀਤੀ ਦੇ ਤਹਿਤ ਕਰਨਾਲ ਦਾ ਪ੍ਰੋਗਰਾਮ ਚੱਲ ਰਿਹਾ ਹੈ। ਇਹ ਗੱਲ ਸੁਸ਼ੀਲ ਗੁਪਤਾ ਆਪ ਦੇ ਜਿਹੜੇ ਸੰਸਦ ਨੇ, ਐਮਪੀ ਨੇ, ਉਹਨਾਂ ਨੇ ਵੀ ਕਹੀ, ਹੋਰ ਪੋਲੀਟੀਕਲ ਲੀਡਰ ਵੀ ਹੈ ਔਰ ਜੋ ਵੀ ਕੋਈ ਰਾਜਨੀਤੀ ਨੂੰ ਸਮਝਦਾ ਹੈ, ਤੁਹਾਡੇ ਵਰਗਾ ਸੂਝਵਾਨ ਪੱਤਰਕਾਰ, ਉਹ ਇਹ ਫੱਟ ਸਮਝਦਾ ਹੈ ਵੀ ਕਿਸਾਨ ਨੂੰ ਡਾਈਵਰਟ ਕੀਤਾ ਜਾ ਰਿਹਾ ਹਰਿਆਣਾ ਦੇ ਵਿੱਚ, ਚਾਹੇ ਉਹ ਗਾਜੀਪੁਰ ਤੋਂ ਉਠਾਉਣ ਦੀ ਗੱਲ ਹੋਵੇ, ਚਾਹੇ ਸਿੰਧੂ ਬਾਰਡਰ ਤੋਂ ਉਠਾਉਣ ਦੀ ਗੱਲ ਹੋਵੇ, ਟੀਕਰੀ ਬਾਰਡਰ ਤੇ ਲਿਆ ਕੇ ਸਾਰਿਆਂ ਨੂੰ ਬਿਠਾਇਆ ਜਾਏ ਜਾਂ ਕਰਨਾਲ ਬਿਠਾਇਆ ਜਾਏ, ਯਾਨੀ ਕਿ ਸਾਰਾ ਅੰਦੋਲਨ ਦਾ ਕੇਂਦਰ ਬਿੰਦੂ ਹਰਿਆਣਾ ਬਣ ਜਾਏ। ਹਰਿਆਣਾ ਵੀ ਸਿੰਘੂ ਬਾਰਡਰ ਖਾਲੀ ਹੋ ਜਾਏ, ਯੂਪੀ ਨਾਲ ਲੱਗਦਾ ਖਾਲੀ ਹੋ ਜਾਏ, ਪਰ ਮੁਜ਼ੱਫਰਨਗਰ ਤਾਂ ਕਰਕੇ ਹਟੇ ਨੇ ਨਾ ਹੁਣ ਪੂਰੀ ਐਡੀ ਤਕੜੀ। ਉਸੇ ਰੈਲੀ ਨੂੰ ਵੇਖਦੇ ਹੋਏ, ਉਸੇ ਕਿਸਾਨਾਂ ਦੀ ਏਡੀ ਵੱਡੀ ਰੈਲੀ, ਏਡੇ ਵੱਡੇ ਇਕੱਠ ਨੂੰ ਵੇਖਦੇ ਹੋਏ ਹੀ ਸਰਕਾਰ ਹਿੱਲ ਗਈ ਹੈ ਔਰ ਇਸ ਗੱਲ ਦੇ ਹੀਲੇ ਦਲੀਲੇ ਕਰ ਰਹੀ ਹੈ ਕਿ ਇਹਨੂੰ ਟ੍ਰਾਂਸਫਰ ਕਰਕੇ ਸਾਰਾ ਜਿਹੜਾ ਹੈ ਮਾਮਲਾ ਹਰਿਆਣਾ 'ਚ ਲਿਆਇਆ ਜਾਏ। ਕਿਉਂਕਿ ਅਫਸਰ ਤਾਂ ਹੋਰ ਬਹੁਤ ਜਗ੍ਹਾ ਨੇ, ਕਿਸੇ ਹੋਰ ਜਗ੍ਹਾ ਤੋਂ ਕਿਸੇ ਅਫਸਰ ਨੇ ਉਲਝ-ਉਲ ਬਿਆਨ ਨਹੀਂ ਦਿੱਤਾ। ਇਹ ਇੱਕ RSS ਨੇਤਾ ਦਾ ਭਤੀਜਾ ਆਯੂਸ਼ ਸਿਨਹਾ ਜੋ STM ਦੇ ਤੌਰ ਤੇ IS ਟ੍ਰੇਨੀ ਹੈ, ਕੰਮ ਕਰ ਰਿਹਾ ਸੀ ਕਰਨਾਲ ਦੇ ਵਿੱਚ, ਉਹਨੂੰ ਚੱਕ ਕੇ ਹੁਣ ਦੁਬਾਰਾ ਚੰਡੀਗੜ੍ਹ ਲਾਇਆ ਗਿਆ ਹੈ। ਉਹਦੇ ਮੂੰਹ ਇਹ ਸ਼ਬਦ ਕਿਉਂ ਕਢਾਏ ਗਏ?
ਔਰ ਦੇਖੋ ਇਹ ਕਿਹਦਾ ਭਤੀਜਾ ਦੱਸਿਆ ਤੁਸੀਂ? ਇਹ ਪਤਾ ਚੱਲਿਆ ਸੀ ਇਹਦੇ ਹਾਈਲੀ ਕਨੈਕਟਡ ਹੈ ਬੰਦਾ ਇਹ, ਇਹਦਾ ਫਾਦਰ ਵੀ IAS ਸੀ, ਮਦਰ ਵੀ ਲੈਕਚਰਰ ਸੀਗੇ, ਇਹਦਾ ਚਾਚਾ ਤਾਂ ਹੈ ਵੀ ਕੋਈ DGP ਆਏ ਸੀ ਕੋਈ। ਸਰ ਬਿਲਕੁਲ ਇਹ ਸਾਰਾ ਘਰਾਣਾ ਜਿਹੜਾ ਹੈ RSS ਨਾਲ ਸੰਬੰਧਿਤ ਰਿਹਾ ਹੈ। ਇਹਨਾਂ ਦੇ ਜਿਹੜੇ BBC ਨਾਲ ਜਿਹੜੇ ਰਹੇ ਨੇ ਉਹ DGP ਰਹੇ ਨੇ, ਇਹਨਾਂ ਦੇ ਤਾਊ ਨੇ। ਇਹਨਾਂ ਦਾ ਰੀਅਲ ਚਾਚਾ RSS ਦਾ ਜਿਹੜਾ ਹੈ ਸੰਘ ਪ੍ਰਮੁੱਖ ਤੋਂ ਚਲਦਾ ਚਲਦਾ ਬਹੁਤ ਵੱਡੇ ਭਾਗਵਤ ਦਾ ਬਹੁਤ ਜ਼ਿਆਦਾ ਕਰੀਬੀ ਹੈ ਔਰ ਉਹਦੇ ਬਿਲਕੁਲ ਨਾਲ ਰਹਿਣ ਵਾਲਿਆਂ ਚੋਂ ਹੈ। ਇਹ ਗੱਲ ਤਾਂ ਬਿਲਕੁਲ ਸਪਸ਼ਟ ਹੈ ਔਰ ਕਿਸਾਨਾਂ ਨੇ ਉਸ ਗੱਲ ਦੀਆਂ ਫੋਟੋ ਵੀ ਰਿਲੀਜ਼ ਕੀਤੀਆਂ ਨੇ ਵੀ ਆਹ ਦੇਖੋ ਆਹ ਬੰਦਾ ਹੈ ਔਰ RSS ਦਾ ਪਲਾਂਟ ਕੀਤਾ ਇੱਥੇ ਆਇਆ। ਤੁਸੀਂ ਇਹ ਦੇਖੋ ਇੰਨੀ ਸਿਕਿਉਰਿਟੀ ਦੇ ਬਾਵਜੂਦ ਜਾਣ ਕੇ ਇਹ ਵੀਡੀਓ ਬਣਵਾ ਕੇ ਵਾਇਰਲ ਕਰਾਈ ਗਈ ਤਾਂ ਕਿ ਪੂਰੇ ਹਰਿਆਣੇ ਦੇ ਵਿੱਚ ਪ੍ਰਚਾਰ ਹੋਵੇ। ਇਹ ਕੋਈ ਵਾਇਰਲ ਹੈ ਕਿਸਾਨਾਂ ਨੇ ਵੀਡੀਓ ਨਹੀਂ ਬਣਾਈ, ਇਹ ਆਪ ਹੀ ਕੀਤੀ ਹੈ, ਪੁਲਿਸ ਨੇ ਬਣਾਈ ਹੈ, ਕਿਸਾਨਾਂ ਨੇ ਕਿੱਥੋਂ ਪੁਲਿਸ ਨੇ ਆਪ ਵੀਡੀਓ ਬਣਾ ਕੇ ਇਹ ਸਾਰੇ ਨੂੰ ਬਿਲਕੁਲ ਬੜੇ ਅੱਗੋਂ, ਕਿਉਂਕਿ ਕੱਲਾ ਪਿੱਛੋਂ ਦੀ ਬਣਾਈ ਹੁੰਦੀ ਤਾਂ ਕਿਸੇ ਨੇ ਲੁਕ ਛੁਪ ਕੇ ਬਣਾਈ ਹੁੰਦੀ, ਫਰੰਟ ਤੋਂ ਵੀ ਬੋਲ ਰਿਹਾ, ਸਾਈਡ ਤੋਂ ਵੀ 2-3 ਕੈਮਰਿਆਂ ਨੂੰ ਸੰਬੋਧਨ ਕਰ ਰਿਹਾ ਹੈ। ਹਾਂ ਸੰਬੋਧਨ ਕਰ ਰਿਹਾ ਹੈ। ਇਹ ਬੜੀ ਸੋਚੀ ਜਿਹੜੀ ਹੈ ਨਾ ਇਹ ਚਾਲ ਸੀਗੀ, ਕਨਸਪੀਰੈਂਸੀ ਸੀਗੀ। ਇਹਦੀ ਤਾਂ ਕਿਸਾਨਾਂ ਨੇ ਮੰਗ ਕੀਤੀ ਹੈ ਵੀ ਕਿਸੇ ਸਿਟਿੰਗ ਜੱਜ ਤੋਂ ਜਾਂ CBI ਤੋਂ ਜਾਂਚ ਕਰਾ ਲਓ, ਸਾਰਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਏਗਾ। ਇਹਦੀ ਜਾਂਚ ਹੋਣੀ ਚਾਹੀਦੀ ਹੈ। ਉਹ ਕਰਾਉਂਦੇ ਨਹੀਂ ਜੀ, ਕਿਉਂਕਿ ਕਰਾਣਗੇ ਤਾਂ ਆਪ ਫਸਣਗੇ ਨਾ ਜੀ। ਇਸ ਕਰਕੇ ਜਾਂਚ ਨਹੀਂ ਕਰਾਉਂਦੇ ਕਿਉਂਕਿ ਸਾਰੇ ਸਬੂਤ ਉਸ SDM ਦੇ ਖਿਲਾਫ ਨੇ ਵੀ ਇਹ ਪਲਾਂਟਡ, ਜਿੰਨੀ ਹਿੰਸਾ, ਜੋ ਪਥਰਾਵ, ਜੋ ਸਿਰ ਪਾਟਨੇ, ਇਹ ਸਭ ਪਲਾਂਟਡ ਹੈ। ਅੱਜ ਤੱਕ ਪੂਰੇ ਹਿੰਦੁਸਤਾਨ ਦਾ ਇੱਕ ਆਜ਼ਾਦ ਮੁਲਕ ਹੈ। ਤੁਸੀਂ ਕੋਈ ਇਤਿਹਾਸ ਵੇਖ ਕੇ ਵੱਡੇ ਤੋਂ ਵੱਡੇ ਅਫਸਰ ਵੇਖ ਲਓ, ਇਸ ਤੋਂ ਵੱਡੀਆਂ ਪੋਜੀਸ਼ਨਾਂ ਆਈਆਂ ਨੇ। ਡੇਰਾ ਦਾ ਵਿਵਾਦ ਹੋਇਆ, ਇਸ ਤੋਂ ਜ਼ਿਆਦਾ ਵੱਡਾ ਵਿਵਾਦ ਸੀਗਾ ਜੀ। ਸਾਊਥ ਦੀ ਗੱਲ ਕਰਾਂ, ਸਾਊਥ ਵਿੱਚ ਇਸ ਤੋਂ ਵੱਡੇ ਵੱਡੇ ਵਿਵਾਦ ਹੋਏ ਨੇ। ਪੂਰੇ ਮਤਲਬ ਹਿੰਦੁਸਤਾਨ ਦੇ ਵਿਵਾਦ ਗਿਣਾਉਣ ਲੱਗਾਂਗਾ ਤਾਂ ਬਹੁਤ ਟਾਈਮ ਲੱਗ ਜਾਏਗਾ ਜੀ। ਇਹ ਤਾਂ ਮਾਮਲਾ ਵੀ ਕੁਝ ਨਹੀਂ ਸੀ ਜਿਹਦੇ ਜਿੱਡੇ ਵੱਡੇ ਆਰਡਰ ਦੇ ਰਿਹਾ। ਇਹਦਾ ਡਿਊਟੀ ਮੈਜਿਸਟ੍ਰੇਟ ਉਹਨੂੰ ਲਾਇਆ ਜਾਂਦਾ ਹੈ ਜਿਹੜਾ ਸੂਝਵਾਨ ਵਿਅਕਤੀ ਹੋਵੇ, ਜਿਹੜਾ ਆਪਣੇ ਜੋਸ਼ ਦੇ ਨਾਲ ਹੋਸ਼ ਨੂੰ ਵੀ ਕਾਬੂ ਰੱਖੇ। ਔਰ ਇਹਨੇ ਕੋਈ ਜੋਸ਼ ਹੋਸ਼ ਨਹੀਂ ਰੱਖਿਆ ਜੀ, ਬਿਲਕੁਲ ਇਹ ਪਲਾਂਟਡ, ਇਹਦੀ ਵਰਡਿੰਗ ਸੀ ਪਲਾਂਟਡ। ਸਾਰਾ ਕੁਝ ਕਿਹਾ ਗਿਆ ਸੀਗਾ ਵੀ ਕੋਈ ਕਿਸਾਨ ਖਾਲੀ ਨਹੀਂ ਆਣਾ ਚਾਹੀਦਾ, ਸਭ ਦੇ ਸਿਰ ਪਾਟੇ ਹੋਏ ਹੋਣ ਜਿਹੜੇ ਇੱਥੋਂ ਲੰਘੇ। ਦੱਸੋ ਹਾਂ, ਕਿਉਂਕਿ ਤੁਸੀਂ ਇਹ ਦੱਸੋ ਕੋਈ ਜੋ ਡਿਊਟੀ ਮੈਜਿਸਟ੍ਰੇਟ ਹੁੰਦਾ ਹੈ, ਪਥਰਾਵ ਹੁੰਦਾ ਹੈ, ਪਹਿਲਾਂ ਪੈਰਾਂ ਤੇ ਜਿਹੜੀ ਅਗਰ ਕੋਈ ਪਲਾਸਟਿਕ ਦੀ ਗੋਲੀ ਚੱਲਦੀ ਹੈ, ਕੁਝ ਹੁੰਦਾ ਪਾਣੀ ਸਭ ਤੋਂ ਪਹਿਲਾਂ ਤਾਂ ਪੈਰਾਂ ਤੇ ਹੁੰਦਾ, ਲਾਠੀ ਚਾਰਜ ਹੁੰਦਾ ਹੈ, ਪੈਰਾਂ ਤੇ ਹੁੰਦਾ ਹੈ, ਕਮਰ ਤੇ ਹੁੰਦਾ ਹੈ। ਕਦੀ ਕੋਈ ਸਿਰ ਨਹੀਂ ਪਾਟੇ ਅੱਜ ਤੱਕ। ਇੰਨੇ ਅੰਦੋਲਨ ਹੋਏ ਨੇ, ਇੰਨਾ ਸਭ ਕੁਝ ਹੋਇਆ ਹੈ। ਇਹ ਤਾਂ ਉਸੇ ਤਰ੍ਹਾਂ ਹੀ ਸਿਰ ਪਾੜੇਗਾ ਜਿਵੇਂ ਲਾਲਾ ਲਾਜਪਤ ਰਾਏ ਦਾ ਪਲਾਂਟਡ ਸਿਰ ਪਾੜਿਆ ਗਿਆ ਸੀਗਾ। ਬਿਲਕੁਲ। ਤੇ ਹੋਰ ਕੋਈ ਖਾਸ ਜੀ ਸਿਆਸੀ ਪੱਖੋਂ ਜੇਕਰ ਦੇਖੀਏ ਤਾਂ ਕਿਸਾਨਾਂ ਦੇ ਵਿੱਚ ਦੀ ਸਿਆਸਤ ਵੀ ਹਰਿਆਣੇ ਦੀ ਪੂਰੀ ਨਿਕਲ ਰਹੀ ਹੋਏਗੀ। ਪੂਰਾ ਹਰਿਆਣਾ ਕਿਸਾਨਾਂ ਕਰਕੇ ਗਰਮ ਰਿਹਾ ਹੈ। ਹਰ ਡਿਸਟ੍ਰਿਕਟ ਲੈਵਲ ਤੇ CM, ਡਿਪਟੀ CM, ਗ੍ਰਹਿ ਮੰਤਰੀ ਦੇ ਪੁਤਲੇ ਫੂਕੇ ਗਏ ਨੇ ਔਰ SDM ਦੀ ਬਰਖਾਸਤਗੀ ਦੀ ਮੰਗ ਜੀ ਤੇ DC ਨੇ ਗੱਲ ਕਹੀ ਵੀ ਕਿਸਾਨ ਮੰਗ ਕਰ ਰਹੇ ਨੇ ਵੀ ਜਿਹੜੀ ਹਾਰਟ ਅਟੈਕ ਦੇ ਨਾਲ ਮੌਤ, ਇੱਕ ਕਿਸਾਨ ਦੀ ਮੌਤ ਹੋਈ ਹੈ ਜਿਹਦਾ ਲਾਠੀਚਾਰਜ ਸੀ ਔਰ ਸਦਮਾ ਨਸੈਂਦਾ ਹੋਇਆ, ਉਹਨੂੰ ਹਾਰਟ ਅਟੈਕ ਹੋ ਗਿਆ। ਕਿਸਾਨ ਠੀਕ ਦਾ ਦਰਜਾ ਮੰਗਣ ਦੀ ਕਰ ਰਹੇ ਨੇ, ਉਹਦੇ ਪਰਿਵਾਰ ਨੂੰ ਮੁਆਵਜ਼ਾ ਦੇ ਰਹੇ ਨੇ। ਇੱਕ ਹਾਰਟ ਅਟੈਕ ਦੀ ਮੌਤ ਨੂੰ ਅਸੀਂ ਸ਼ਹੀਦ ਕਿਵੇਂ ਕਰਾਰ ਦੇ ਦਈਏ ਔਰ ਉਹਨੂੰ ਮੁਆਵਜ਼ਾ ਕਿਵੇਂ ਦੇ ਦਈਏ? ਹਾਂ, ਜਿਨ੍ਹਾਂ ਲੋਕਾਂ ਨੂੰ ਚੋਟਾਂ ਲੱਗੀਆਂ ਨੇ ਉਹਨਾਂ ਨੂੰ ਹਸਪੀਟਲਾਈਜ਼ ਸਰਕਾਰ ਦੇ ਖਰਚੇ ਤੇ ਕੀਤਾ ਜਾ ਸਕਦਾ ਹੈ ਜਾਂ ਕੁਝ ਮੁਆਵਜ਼ੇ ਦੀ ਗੱਲ ਕੀਤੀ ਜਾ ਸਕਦੀ ਹੈ। ਲੇਕਿਨ ਉਹਨੇ DC ਕਰਨਾਲ ਨੇ ਇਹ ਗੱਲ ਕਹੀ ਹੈ ਕਿ ਕਿਸਾਨ ਅਗਰ ਆਪਣਾ ਧਰਨਾ ਚੁੱਕ ਲੈਣ ਫਿਰ ਮੈਂ ਮੁਆਵਜ਼ੇ ਦੀ ਗੱਲ ਸਰਕਾਰ ਨਾਲ ਕਰ ਸਕਦਾ ਔਰ ਮੁਆਵਜ਼ਾ ਦਿਲਾ ਸਕਦਾ। ਇਹਦਾ ਮਤਲਬ ਪੂਰਾ ਫਿਰ ਸਰਕਾਰ ਔਰ DC ਤਾਂ ਕਹਿੰਦੇ ਸਰਕਾਰ ਦੀ ਬੋਲੀ ਬੋਲੇਗਾ ਨਾ ਜੀ, ਗੱਲ ਤਾਂ ਸਿੱਧੀ ਹੈ ਫਿਰ। ਜੀ ਬਿਲਕੁਲ ਬਿਲਕੁਲ। SDM ਦੀ ਗੱਲ ਤੇ ਕੋਈ ਗੱਲ ਨਹੀਂ ਕਰ ਰਿਹਾ। ਜਿਵੇਂ ਤੁਹਾਨੂੰ ਗ੍ਰਹਿ ਮੰਤਰੀ ਦਾ ਬਿਆਨ ਸੁਣਾਇਆ ਹੈ ਉਸੇ ਤਰ੍ਹਾਂ ਹੀ DC ਤੇ ਉੱਥੋਂ ਦੇ SP ਨੇ ਬਾਈਟ ਦਿੱਤਾ ਹੈ। ਇਹ ਗੱਲ ਸਪਸ਼ਟ ਤੌਰ ਤੇ ਕਹੀ ਹੈ ਕਿ ਅਗਰ ਜਾਂਚ ਹੋਏਗੀ ਤਾਂ ਪੂਰੇ ਐਪੀਸੋਡ ਦੀ ਹੋਏਗੀ, ਇਕੱਲੇ SDM ਨੂੰ ਅਸੀਂ ਸਜ਼ਾ ਕਰਾਰ ਨਹੀਂ ਕਰ ਸਕਦੇ। ਜਦਕਿ ਕਿਸਾਨਾਂ ਦਾ ਮੰਗ ਹੈ ਤੁਸੀਂ ਇਨਕੁਆਇਰੀ ਕਰੋ, ਇਨਕੁਆਇਰੀ ਕਮਿਸ਼ਨ ਬਿਠਾਓ, ਚਾਹੇ ਸਿਟਿੰਗ ਜੱਜ ਦਾ ਬਿਠਾਓ, ਲੇਕਿਨ ਉਹਨੂੰ ਸਸਪੈਂਡ ਕਰੋ ਤਾਂ ਕਿ ਉਹ ਜਾਂਚ ਨੂੰ ਪ੍ਰਭਾਵਿਤ ਨਾ ਕਰ ਸਕੇ। ਜੀ। ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ, ਮਿਹਰਬਾਨੀ, ਸ਼ੁਕਰੀਆ ਜੀ। ਸੋ ਹੁਣ ਅੱਗੇ ਚੱਲਦੇ ਹਾਂ ਜੀ, ਬਟਾਲੇ ਦਾ ਰੁਖ ਕਰਦੇ ਹਾਂ। ਬਟਾਲੇ ਤੋਂ ਨਿਤਿਨ ਲੂਥਰਾ ਜੀ ਮੇਰੇ ਨਾਲ ਨੇ। ਨਿਤਿਨ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਧੰਨਵਾਦ। ਬਾਬੇ ਨਾਨਕ ਦੇ 534ਵੇਂ ਵਿਆਹ ਸਮਾਗਮ ਦੀਆਂ ਜਿਹੜੀਆਂ ਤਿਆਰੀਆਂ ਜੀ ਫਿਰ ਜੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਨੇ। ਬਿਲਕੁਲ ਜੀ ਬਿਲਕੁਲ। ਦਾਨੇਵਾਲੇ ਸਾਹਿਬ ਬੜਾ ਕਰਮਾਂ ਭਾਗਾਂ ਵਾਲਾ ਸ਼ਹਿਰ ਵਾ ਸ਼ਹਿਰ ਬਟਾਲਾ, ਕਿਉਂਕਿ ਇੱਥੇ ਪਹਿਲੇ ਗੁਰੂ ਜਿਹੜੇ ਜਿਨ੍ਹਾਂ ਨੂੰ ਜਗਤ ਗੁਰੂ ਵੀ ਕਿਹਾ ਜਾਂਦਾ ਵਾ, ਔਰ ਹਿੰਦੂਆਂ ਲਈ ਉਹ ਭਗਵਾਨ ਨੇ, ਸਿੱਖਾਂ ਲਈ ਉਹ ਗੁਰੂ ਨੇ ਤੇ ਮੁਸਲਮਾਨਾਂ ਲਈ ਉਹ ਪੀਰ ਨੇ ਜੀ। ਸੋ ਉਹ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ 534ਵਾਂ ਜਿਹੜਾ ਵਾ ਵਿਆਹ ਪੁਰਬ ਜਿਹੜਾ ਵਾ ਬੜੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਜਾ ਰਿਹਾ, ਜਿਸ ਦੀਆਂ ਤਿਆਰੀਆਂ ਬੜੇ ਜ਼ੋਰਾਂ ਸ਼ੋਰਾਂ ਨਾਲ ਪਿਛਲੇ ਕਾਫੀ ਦਿਨਾਂ ਤੋਂ ਚੱਲਦੀਆਂ ਪਈਆਂ ਵਾ ਤੇ ਹੁਣ ਬਿਲਕੁਲ ਨੇੜੇ ਆ ਗਈਆਂ ਨੇ ਤਿਆਰੀਆਂ। ਇਸ ਵਿੱਚ ਹਰ ਪਾਰਟੀ ਦਾ ਵਰਕਰ, ਹਰ ਸਮਾਜ ਸੇਵੀ, ਹਰ ਜਥੇਬੰਦੀ ਜਿਹੜੀ ਆ ਵੱਧ ਚੜ ਕੇ ਹਿੱਸਾ ਲੈਂਦੀ ਆ ਤੇ ਆਪਣਾ ਸੇਵਾ ਦੇ ਰੂਪ ਦੇ ਵਿੱਚ
ਕੰਮ ਕਰਦੀ ਹੈ। ਜਿਵੇਂ ਕਿ ਪ੍ਰਸ਼ਾਸਨ ਇਹਨਾਂ ਦਿਨਾਂ ਦੇ ਵਿੱਚ ਬੜਾ ਪੱਬਾ ਭਾਰ ਹੁੰਦਾ ਵਾ ਕਿ ਚਾਹੇ ਪੈਚ ਵਰਕ ਹੀ ਚੱਲਦਾ ਹੋਵੇ ਸੜਕਾਂ ਤੇ, ਬਿਲਕੁਲ ਉਹ ਠੀਕ ਕੀਤਾ ਜਾਂਦਾ ਵਾ, ਕਿਉਂਕਿ ਸੰਗਤ ਬੜੀ ਵੱਡੀ ਤਾਦਾਦ ਦੇ ਵਿੱਚ ਬਾਹਰੋਂ ਆਉਂਦੀ ਹੈ। ਪੂਰੀ ਦੁਨੀਆ ਦੇ ਵਿੱਚ ਇੱਕੋ ਹੀ ਬਟਾਲਾ ਸ਼ਹਿਰ ਆ ਜਿੱਥੇ ਇਹ ਸਮਾਗਮ ਜਿਹੜਾ ਮਨਾਇਆ ਜਾਂਦਾ, ਇਹ ਤਿਉਹਾਰ ਮਨਾਇਆ ਜਾਂਦਾ ਹੈ। ਕਿਉਂਕਿ ਮਾਤਾ ਸੁਲੱਖਣੀ ਜੀ ਨੂੰ ਵਿਆਹੁਣ ਲਈ 534 ਸਾਲ ਪਹਿਲਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇੱਥੇ ਬਟਾਲਾ ਦੇ ਗੁਰਦੁਆਰਾ ਡੇਰਾ ਸਾਹਿਬ, ਉਸ ਵੇਲੇ ਇਹ ਗੁਰਦੁਆਰਾ ਸਾਹਿਬ ਤਾਂ ਨਹੀਂ ਸੀ, ਲੇਕਿਨ ਹੁਣ ਉੱਥੇ ਗੁਰਦੁਆਰਾ ਡੇਰਾ ਸਾਹਿਬ ਬਣ ਗਿਆ ਹੈ ਜਿੱਥੇ ਮਾਤਾ ਜੀ ਨੂੰ ਵਿਆਹੁਣ ਆਏ ਸੀ। ਸੋ ਇਸ ਨੂੰ ਲੈ ਕੇ ਤਿਆਰੀਆਂ ਜਿਹੜੀਆਂ ਵਾ ਬੜੇ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀਆਂ। ਕਮਿਸ਼ਨਰ ਸਾਹਿਬ ਦਾ ਵੀ ਕਹਿਣਾ ਵਾ ਕਿ ਕੋਈ ਰਸਤਾ ਐਸਾ ਨਹੀਂ ਹੋਏਗਾ ਜਿੱਥੇ ਸ਼ਹਿਰ ਦੇ ਵਿੱਚ ਗੰਦਗੀ ਹੋਵੇ ਜਾਂ ਟ੍ਰੈਫਿਕ ਹੋਵੇ ਜਾਂ ਇਨਕਰੋਚਮੈਂਟ ਹੋਵੇ, ਸਾਰਾ ਕੁਝ ਦੂਰ ਕਰ ਲਿਆ ਜਾਏਗਾ। ਔਰ ਤਿਆਰੀਆਂ ਜਿਹੜੀਆਂ ਵਾ ਉਹ ਸ਼ੁਰੂ ਹੋ ਗਈਆਂ ਨੇ। ਅੱਜ ਜਿਸ ਤਰੀਕੇ ਦੇ ਨਾਲ ਆਮ ਲੋਕਾਂ ਦੇ ਵਿਆਹਾਂ ਦੇ ਵਿੱਚ ਭਾਜੀ ਨਿਕਲਦੀ ਆ, ਇਸੇ ਤਰੀਕੇ ਦੇ ਨਾਲ ਹੀ ਅੱਜ ਗੁਰੂ ਨਾਨਕ ਦੇ ਲੰਗਰ ਘਰ ਦੇ ਵਿੱਚ ਭਾਜੀ ਬਣਨ ਦਾ ਸਿਲਸਿਲਾ ਜਿਹੜਾ ਸ਼ੁਰੂ ਹੋ ਗਿਆ, ਜਿਸ ਵਿੱਚ ਜਲੇਬੀਆਂ, ਖੀਰ, ਵੇਸਣ, ਪੂੜੇ, ਮੱਠੀਆਂ, ਸ਼ੱਕਰਪਾਰੇ, ਮੋਟੀ ਸੇਵੀ, ਛੋਟੀ ਸੇਵੀ, ਮਤਲਬ ਉਹ ਪਕਵਾਨ ਗਿਣਨੇ ਜਿਹੜਾ ਔਖੇ ਲੱਗਦੇ ਪਏ ਨੇ ਕਿਉਂਕਿ ਗਿਣਤੀ ਬਹੁਤ ਜ਼ਿਆਦੀ ਆ। ਤੇ ਕਿਸ ਕੁਆਂਟੀਟੀ 'ਚ ਬਣਨਗੇ ਇਹ ਵੀ ਦੱਸਣਾ ਦਾਨੇਵਾਲੇ ਸਾਹਿਬ ਮੁਸ਼ਕਲ ਆ, ਕਿਉਂਕਿ ਸੰਗਤ ਪਿਛਲੇ 2-4 ਦਿਨ ਤੋਂ ਲਗਾਤਾਰ ਜਿਹੜੀ ਆ ਉਹ ਵੱਧਦੀ ਜਾ ਰਹੀ ਆ। ਉਸ ਦਾ ਇੱਕ ਹੋਰ ਕਾਰਨ ਵੀ ਹੈ ਦਾਨੇਵਾਲੇ ਸਾਹਿਬ ਕਿ ਪਿਛਲੇ ਸਾਲ ਕੋਵਿਡ ਕਰਕੇ ਇਹ ਨਗਰ ਕੀਰਤਨ ਜਿਹੜਾ ਸੀ ਨਹੀਂ ਕੱਢਿਆ ਗਿਆ ਸੀ। ਪਰਾਤ ਰੂਪੀ ਨਗਰ ਕੀਰਤਨ ਬਟਾਲੇ ਵਾਲੇ ਆਖਦੇ ਨੇ ਇਹ ਜਿਹੜਾ ਨਗਰ ਕੀਰਤਨ ਹੈ ਇੱਕ ਦਿਨ ਪਹਿਲਾਂ ਸੁਲਤਾਨਪੁਰ ਲੋਧੀ ਤੋਂ ਚੱਲਦਾ ਹੈ ਔਰ ਰਾਤ ਨੂੰ ਬਟਾਲੇ ਸ਼ਹਿਰ ਦੇ ਵਿੱਚ ਆ ਕੇ ਤੇ ਗੁਰਦੁਆਰਾ ਸਤਕਰਤਾਰੀਆਂ ਜਿਹੜਾ ਵਾ ਉਹ ਸਟੇ ਕਰਦਾ ਹੈ। ਸਵੇਰ ਨੂੰ ਗੁਰਦੁਆਰਾ ਡੇਰਾ ਸਾਹਿਬ ਜਿੱਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਵਿਆਹੁਣ ਆਏ ਸਨ, ਉੱਥੋਂ ਇਹ ਨਗਰ ਕੀਰਤਨ ਦੀ ਆਰੰਭਤਾ ਹੁੰਦੀ ਹੈ ਅਰਦਾਸ ਕਰਕੇ ਤੇ ਸਵੇਰੇ 8 ਵਜੇ ਉਹ ਆਰੰਭਤਾ ਹੁੰਦੀ ਹੈ ਔਰ ਲਗਾਤਾਰ ਸਾਰੇ ਸ਼ਹਿਰ ਦੀ ਪਰਿਕਰਮਾ ਕਰਦੇ ਹੋਏ ਜਿੱਥੇ ਗੁਰੂ ਮਹਾਰਾਜ ਨੇ ਕੰਧ ਨੂੰ ਵਰਦਾਨ ਦਿੱਤਾ ਦਾ ਹੈ, ਉਸੇ ਗੁਰਦੁਆਰਾ ਸਾਹਿਬ ਗੁਰਦੁਆਰਾ ਕੰਧ ਸਾਹਿਬ ਵਿੱਚ ਆ ਕੇ ਸੰਗਤ ਜਿਹੜੀ ਹੈ ਨਤਮਸਤਕ ਹੁੰਦੀ ਹੈ ਔਰ ਜਿਹੜਾ ਨਗਰ ਕੀਰਤਨ ਹੈ ਇਸ ਨੂੰ ਜਿਹੜਾ ਵਿਰਾਮ ਦਿੱਤਾ ਜਾਂਦਾ ਹੈ। ਜੀ ਧੰਨਵਾਦ ਜੀ। ਤੇ ਬਾਕੀ ਹੋਰ ਕੁਝ ਖਾਸ ਕਹਿੰਦੇ ਤੁਹਾਡੇ ਜਿਹੜੇ ਗੰਨੇ ਦੀ ਜਿਹੜੀ ਆ ਬਕਾਇਆ ਉਹ ਵੀ ਜਾਰੀ ਕਰ ਦਿੱਤਾ ਗਿਆ 45 ਕਰੋੜ ਦੇ ਨੇੜੇ ਤੇੜੇ। ਜੀ ਗੰਨੇ ਦੀ ਜਿਹੜੀ ਬਕਾਇਆ ਰਾਸ਼ੀ ਸੀ ਉਹ ਵੀ ਜਿਹੜੀ ਕਿਸਾਨਾਂ ਨੂੰ ਪੰਜਾਬ ਸਰਕਾਰ ਵੱਲੋਂ ਜਾਰੀ ਕਰ ਦਿੱਤੀ ਇੱਕ ਅੱਧੇ ਦਿਨ 'ਚ, ਉਹ ਵੀ ਸਾਰਿਆਂ ਦੇ ਅਕਾਊਂਟਾਂ ਦੇ ਵਿੱਚ ਆ ਜਾਣਗੀ। ਇਸ ਦੇ ਨਾਲ ਨਾਲ ਹੋਰ ਵੀ ਜਿਹੜੀ ਵੱਡੀ ਗੱਲ ਤੁਹਾਨੂੰ ਮੈਂ ਦੱਸ ਦਵਾਂ ਕਿ ਜ਼ਿਲ੍ਹਾ ਬਣਾਉਣ ਦੀ ਜਿਹੜੀ ਕਿਆਸੜਾਈਆਂ ਚੱਲਦੀਆਂ ਪਈਆਂ ਕਿ ਬਟਾਲੇ ਨੂੰ ਜ਼ਿਲ੍ਹਾ ਬਣਾਇਆ ਜਾਏਗਾ, ਉਸ ਤੋਂ ਬਾਅਦ ਕਈ ਤਰ੍ਹਾਂ ਦੇ ਵਿਰੋਧ ਸਾਹਮਣੇ ਦੇਖਣ ਨੂੰ ਆ ਰਹੇ ਆ। ਜਿਸ ਤਰੀਕੇ ਨਾਲ ਗੁਰਦਾਸਪੁਰ ਸ਼ਹਿਰ ਦੇ ਜਿਹੜੀ ਬਾਰ ਕੌਂਸਲ ਆ ਜਾਂ ਸਿਆਸੀ ਲੋਕ ਨੇ ਉਹ ਵੀ ਇਹ ਗੱਲ ਕਹਿਣ ਲੱਗ ਪਏ ਕਿ ਅਗਰ ਬਟਾਲਾ ਜ਼ਿਲ੍ਹਾ ਬਣਦਾ ਹੈ ਤੇ ਗੁਰਦਾਸਪੁਰ ਸ਼ਹਿਰ ਜਿਹੜਾ ਬਿਲਕੁਲ ਹੀ ਖਤਮ ਹੋ ਜਾਏਗਾ, ਕਿਉਂਕਿ ਗੁਰਦਾਸਪੁਰ ਸ਼ਹਿਰ ਵਿੱਚ ਸਵਾਏ ਜ਼ਿਲ੍ਹੇ ਤੋਂ ਹੋਰ ਕੋਈ ਵੀ ਕਾਰੋਬਾਰ ਨਹੀਂ ਹੈ, ਕੋਈ ਇੰਡਸਟਰੀ ਨਹੀਂ ਹੈ, ਨਾ ਕੋਈ ਏਡਾ ਵੱਡਾ ਕੰਮ ਨੇ ਕਿ ਜਿੱਥੇ ਉੱਥੇ ਕਾਰੋਬਾਰ ਚੱਲ ਸਕੇ। ਗੁਰਦਾਸਪੁਰ ਸ਼ਹਿਰ ਦੇ ਵਿੱਚ ਜ਼ਿਆਦਾ ਕਾਰੋਬਾਰ ਇਹੋ ਹੀ ਹੈ ਕਿ ਉੱਥੇ ਜ਼ਿਲ੍ਹਾ ਹੈ ਔਰ ਪੂਰੇ ਜ਼ਿਲ੍ਹੇ ਦੇ ਲੋਕ ਉੱਥੇ ਕੰਮ ਕਰਵਾਉਣ ਜਾਂਦੇ ਆ। ਰੋਜ਼ ਕਈ ਹਜ਼ਾਰ ਲੋਕ ਜਿਹੜੇ ਆ ਉੱਥੋਂ ਵਿਜ਼ਿਟ ਕਰਦੇ ਆ ਤੇ ਉਸੇ ਤਰੀਕੇ ਨਾਲ ਸ਼ਹਿਰ ਦੇ ਵਿੱਚ ਕਾਰੋਬਾਰ ਦੀ ਜਿਹੜੀ ਆ ਭਰਮਾਰ ਚੱਲਦੀ ਹੈ। ਲੇਕਿਨ ਹੁਣ ਜਦੋਂ ਬਟਾਲਾ ਜ਼ਿਲ੍ਹਾ ਬਣ ਜਾਏਗਾ ਤੇ ਕਾਫੀ ਲੋਕ ਜਿਹੜੇ ਉੱਥੋਂ ਜਾਣੋਂ ਹਟ ਜਾਣਗੇ। ਸ਼ਹਿਰ ਗੁਰਦਾਸਪੁਰ ਔਰ ਦੀਨਾਨਗਰ ਹੀ ਖਾਸ ਤੌਰ ਤੇ ਉੱਥੇ ਰਹਿ ਜਾਏਗਾ। ਇਸ ਕਰਕੇ ਜਿਹੜੇ ਸਿਆਸੀ ਲੋਕ ਨੇ ਉਹ ਵੀ ਇਸ ਦੇ ਵਿਰੋਧ ਕਰ ਰਹੇ ਆ। ਲੇਕਿਨ ਗੁਰਦੁਆਰਾ ਕੰਧ ਸਾਹਿਬ ਵਿਖੇ ਕੁਝ ਜਥੇਬੰਦੀਆਂ ਨੇ ਬੀਤੇ ਦਿਨ ਅਰਦਾਸ ਵੀ ਕੀਤੀ ਕਿ ਗੁਰੂ ਮਹਾਰਾਜ ਕਿਰਪਾ ਕਰਨ ਨਿਰਵਿਘਨ ਤਰੀਕੇ ਦੇ ਨਾਲ ਜਿਹੜਾ ਵਾ ਬਟਾਲੇ ਨੂੰ ਜ਼ਿਲ੍ਹਾ ਬਣਾਇਆ ਜਾਏ, ਕਿਉਂਕਿ ਬਟਾਲਾ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਵਾ ਆਪਣੀ ਐਲੀਜੀਬਿਲਟੀ ਪੂਰੀ ਕਰ ਚੁੱਕਿਆ ਹੈ, ਡਿਜ਼ਰਵ ਕਰਦਾ ਹੈ ਔਰ ਬਹੁਤ ਜਲਦ ਕਾਰਪੋਰੇਸ਼ਨ ਵੀ ਹੈਗੀ ਹੈ ਵੀ। ਹਾਂ ਚਲੋ ਹਾਂਜੀ ਕਾਰਪੋਰੇਸ਼ਨ ਵੀ ਆ ਗਈ ਹੈ। ਮੌਸਮ ਵਗੈਰਾ ਕਿਵੇਂ ਹੈ ਜੀ? ਮੌਸਮ ਧੰਨਵਾਦ ਸਾਹਿਬ ਥੋੜਾ ਨਮੀ ਭਰਿਆ ਜ਼ਰੂਰ ਆ, ਲੇਕਿਨ ਹੁਮਸ ਆ। ਜੇ ਖੁੱਲ ਕੇ ਮੀਂਹ ਨਾ ਪਿਆ 1-2 ਦਿਨ ਤਾਂ ਗਰਮੀ ਜਿਹੜੀ ਆ ਲਗਾਤਾਰ ਵੱਧਦੀ ਰਹੇਗੀ, ਲੇਕਿਨ ਜੇਕਰ ਮੀਂਹ ਪੈ ਜਾਂਦਾ ਤਾਂ ਫਿਰ ਥੋੜਾ ਬਹੁਤ ਆਰਾਮ ਮਿਲ ਸਕਦਾ ਜੀ। ਜੀ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ, ਮਿਹਰਬਾਨੀ। ਤੇ ਹੁਣ ਆਪਾਂ ਚੱਲਦੇ ਹਾਂ ਜੀ ਫਿਰੋਜ਼ਪੁਰ। ਗੁਰਨਾਮ ਸਿੱਧੂ ਜੀ ਮੇਰੇ ਨਾਲ ਨੇ। ਗੁਰਨਾਮ ਜੀ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਧੰਨਵਾਦ ਸਾਹਿਬ। ਗੁਰਨਾਮ ਜੀ ਫਿਰ ਚੋਰੀਆਂ ਰੁਕੀਆਂ ਕਿ ਉਸੇ ਤਰ੍ਹਾਂ ਚੱਲ ਰਹੀਆਂ ਨੇ? ਮੈਂ ਨਾ ਕਹਿਣਾ ਹੀ ਚਾਹੁੰਦਾ ਸੀ ਦਾਨੇਵਾਲੇ ਸਾਹਿਬ, ਇੱਕ ਖਬਰ ਸਾਡੀ ਪੱਕੀ ਰੱਖ ਲਿਆ ਕਰੋ ਵੀ ਚੋਰੀਆਂ ਤਾਂ ਹੋ ਗਈਆਂ, ਹੋਰ ਕੋਈ ਦੱਸੋ। ਐਂ ਕਹਿ ਲਿਆ ਕਰੋ ਤੁਸੀਂ ਵੀ ਚੋਰੀਆਂ ਤਾਂ ਤੁਹਾਡੀਆਂ ਹੈਗੀਆਂ ਪੱਕਾ ਹੀ ਆ। ਹੋਰ ਖਬਰ ਦੱਸੋ। ਹਾਂ ਹੋਰ ਦੱਸੋ ਖਬਰ, ਹੈ ਨਾ। ਤੇ ਜਦੋਂ ਆਪਾਂ ਕੱਲ ਖਬਰਾਂ ਪੜ੍ਹੀਆਂ ਫਿਰੋਜ਼ਪੁਰ ਦੀਆਂ ਤਾਂ ਉਸ ਤੋਂ ਬਾਅਦ ਇੱਕ ਮੋਬਾਈਲ ਖੋਇਆ ਸਾਡੇ ਹਲਵਾਈ ਹੈ ਲక్ష్మణ ਹਲਵਾਈ, ਬਹੁਤ ਸਮੋਸੇ ਨਾਲ ਮਸ਼ਹੂਰ ਹੈ ਦਿੱਲੀ ਗੇਟ ਦੇ ਅੰਦਰ। ਉਹ ਉੱਥੇ ਜਾ ਕੇ ਇੱਕ ਦੁਕਾਨ ਹੈ ਇੱਕ ਛੋਟੀ ਜੀ ਇੱਕ ਦੀ, ਤੇ ਉੱਥੇ ਕਾਪਾ ਵਿਖਾ ਕੇ ਉਹਦੇ ਕਾਪੇ 2-3 ਮਾਰੇ ਵੀ ਆ ਝਰੀਠਾਂ ਉਹਦੇ, ਤੇ ਕਾਪੇ ਨਾਲ ਉਹਦਾ ਮੋਬਾਈਲ ਤੇ 600 ਰੁਪਇਆ ਖੋਹ ਕੇ ਲੈ ਗਏ ਤੋਂ ਦਿਨ ਦੀ ਵੀ। ਅੱਛਾ ਜੀ। ਉਸ ਤੋਂ ਬਾਅਦ 2 ਮੋਟਰਸਾਈਕਲ ਖੋਏ ਗਏ ਫਿਰੋਜ਼ਪੁਰ ਦੇ ਸ਼ਹਿਰ ਦੇ ਵਿੱਚ ਹੀ, ਸ਼ਹਿਰ ਦੀ ਵਾਰਦਾਤ ਹੈ ਜੀ।
2 ਬਾਈਕ ਖੋ ਕੇ ਲੈ ਗਏ। ਫਿਰ ਇੱਕ ਤੀਜੀ ਘਟਨਾ ਫਿਰ ਆਈ ਸੀ ਵੀ ਇੱਕ ਸਕਾਰਪੀਓ ਗੱਡੀ ਵੀ ਖੋਈ ਗਈ ਹੈ, ਪਰ ਉਹ ਬਾਅਦ ਚ ਪਤਾ ਲੱਗਾ ਕਿ ਫਾਈਨਾਂਸ ਦਾ ਕੋਈ ਰੌਲਾ ਹੈਗਾ, ਉਹ ਵੀ ਖੋਈ ਗਈ। ਉਹ ਵੀ ਖੋਣਾ ਜ਼ੁਰਮ ਹੀ ਹੈਗਾ ਜੀ, ਬਿਲਕੁਲ। ਤਾਂ ਇਹ ਵਾਰਦਾਤਾਂ ਕੱਲ ਫੇਰ ਚੋਰੀ ਦੀਆਂ ਹੋਈਆਂ ਜਿਹੜੀਆਂ ਜਿਹੜੀਆਂ ਆਪਾਂ ਦੇਖਿਆ ਹੀ ਹੈ ਜੀ ਕੰਮ। ਫਾਈਨੈਂਸ ਵਾਲੇ ਪੈਸੇ ਦੇ ਦਿੰਦੇ, ਮੁੜ ਕੇ ਵਿਚਾਰੇ ਤੋਂ ਪੈਸੇ ਵੀ ਲੈ ਲੈਂਦੇ ਆ ਉਹਨਾਂ ਦਾ। ਉਹ ਨਾ ਕਹਿੰਦੇ ਵਿਆਜ ਵਾਲਾ ਤਾਂ ਸੱਪ ਉਵੇਂ ਖੜਾ ਦੇ ਖੜਾ, ਨਾਲੇ ਅਗਲੇ ਦਾ ਸਮਾਨ ਧੱਕੇ ਨਾਲ ਗੁੰਡਾਗਰਦੀ ਨਾਲ ਚੱਕਦੇ। ਬਿਲਕੁਲ। ਇਹ ਵੀ ਜਿਹੜੀ ਸ਼ਾਮ ਨੂੰ ਗੱਡੀ ਇੱਕ ਖੋਹਣ ਦੀ ਵਾਰਦਾਤ ਹੋਈ ਸੀ। ਫਿਰ ਇੱਕ ਸਾਡੇ ਇੱਕ ਹੋਰ ਹੋਈ ਸੀ, ਬੱਚਾ ਸਾਡੇ RSD ਰਾਜ ਰਤਨ ਸਕੂਲ ਹੈ ਜੀ, ਉੱਥੇ ਬੱਚਾ ਸਕੂਲ ਤੋਂ ਵਾਪਸ ਘਰੇ ਨਹੀਂ ਗਿਆ। ਅੱਕੂ ਮਸਤੇ ਕੇ ਪਿੰਡ ਹੈਗਾ, ਫਿਰੋਜ਼ਪੁਰ ਤੋਂ 10 ਕਿਲੋਮੀਟਰ ਹੈਗਾ। ਤਾਂ ਉਹ ਫਿਰ ਦੇਰ ਰਾਤ ਜਾ ਕੇ ਅੰਮ੍ਰਿਤਸਰ ਗੁਰਦੁਆਰਾ ਸਾਹਿਬ 'ਚ ਸੇਵਾ ਕਰਦਾ ਪਿਆ ਸੀਗਾ ਜੀ। ਤੇ ਪੁਲਿਸ ਨੂੰ ਕਾਫੀ ਭਾਜਣਾ ਪਈਆਂ ਰਹੀਆਂ, ਔਰ ਉਹ ਪਰਿਵਾਰ ਮੈਂਬਰ ਵੀ ਉਹਨਾਂ ਨੇ ਫਿਰ ਫੇਸਬੁੱਕ ਤੇ ਇੱਕਦਮ ਫੈਲਾ ਦਿੱਤਾ ਸਾਰਾ ਕਿ ਉਹ ਬੱਚਾ ਜਿਹੜਾ ਗੁੰਮ ਹੋ ਗਿਆ। ਤੇ ਅੰਮ੍ਰਿਤਸਰ ਦੇ ਵਿੱਚੋਂ ਮਿਲ ਗਿਆ ਸ਼ਾਮੀ, ਦੇਰ ਰਾਤ ਉਹਨਾਂ ਨੂੰ ਪਰਿਵਾਰ ਨੂੰ ਮਿਲ ਗਿਆ। ਇਹ ਵੀ ਚਲੋ ਸੁੱਖ ਦੀ ਰਾਤ ਉਸ ਪਰਿਵਾਰ ਲਈ। ਸਾਰੀ ਘਟਨਾਕ੍ਰਮ ਕੀ ਹੋਇਆ ਸੀ ਇਹ ਸਾਰਾ? ਇਹ ਪਤਾ ਨਹੀਂ ਬੱਚੇ ਦੇ ਮਨ 'ਚ ਆਇਆ, ਕੋਈ ਘਰੇਲੂ ਉਹਨੂੰ ਕੋਈ ਪ੍ਰੋਬਲਮ ਆਈ ਜਾਂ ਕਿਵੇਂ। ਸਕੂਲ ਵੱਲੋਂ ਕੋਈ ਏਦਾਂ ਦੀ ਕੋਈ ਪ੍ਰੋਬਲਮ ਨਹੀਂ ਸੀਗੀ। ਸਕੂਲ ਤੋਂ ਘਰੇ ਨਹੀਂ ਗਿਆ, ਉਹ ਸਿੱਧਾ ਅੰਮ੍ਰਿਤਸਰ ਨੂੰ ਚੜ੍ਹ ਗਿਆ ਤੇ ਉੱਥੇ ਜਾ ਕੇ ਉਹ ਸੇਵਾ ਕਰਨ ਲੱਗ ਗਿਆ ਗੁਰਦੁਆਰੇ ਦੇ ਵਿੱਚ। ਤੇ ਜਦੋਂ ਇੱਧਰ ਉੱਧਰ ਫੇਸਬੁੱਕ ਤੇ ਕਿਸੇ ਨੇ ਵੇਖੀ ਤੇ ਉਹ ਕਿਸੇ ਬੀਬੀ ਨੇ ਉੱਥੋਂ ਉਹਨੂੰ ਪਛਾਣ ਲਿਆ ਤੇ ਉਹਨਾਂ ਨੇ ਫਿਰ ਹੌਲੀ ਹੌਲੀ ਉਹਨੂੰ ਫੜ ਕੇ ਤੇ ਫਿਰ ਫੋਨ ਕੀਤਾ। ਫਿਰ ਪਰਿਵਾਰ ਜਿਹੜਾ ਉੱਥੋਂ ਲੈ ਕੇ ਆਇਆ ਅੰਮ੍ਰਿਤਸਰ ਤੋਂ। ਅੱਛਾ ਜੀ, ਜੀ ਜੀ, ਸ਼ੁਕਰ ਹੈ ਜੀ ਬੱਚੇ ਦਾ। ਤੇ ਹਾਂ ਬਿਲਕੁਲ ਜੀ, ਬਿਲਕੁਲ। ਮੀਂਹ ਕਣੀ ਦਾ ਕਿਵੇਂ ਹੈ ਜੀ ਹਾਲ ਮੌਸਮ? ਮੀਂਹ ਅੱਜ ਕੱਲ ਕਾਫੀ 2 ਦਿਨਾਂ ਤੋਂ ਹੁਮਸ ਬਹੁਤ ਜ਼ਿਆਦਾ ਸੀ। ਕੱਲ ਵੀ ਆਪਾਂ ਨੇ ਜ਼ਿਕਰ ਕੀਤਾ ਤਾਂ ਹੁਮਸ ਅੱਜ ਵੀ ਬਹੁਤ ਜ਼ਿਆਦਾ ਸੀ। ਆ 4 ਵਜੇ ਕਣੀਆਂ ਪਈਆਂ ਨੇ, ਥੋੜਾ ਜਿਹਾ ਠੰਡਕਾ ਜਿਹਾ ਹੋਇਆ, ਥੋੜਾ ਪਾਣੀ ਵੀ ਖੜ ਗਿਆ। ਠੀਕ ਹੈ, ਬਾਰਿਸ਼ ਸੋਹਣੀ ਹੋ ਗਈ ਹੈ ਜਿਹਦੇ ਨਾਲ ਮੌਸਮ ਬੜਾ ਖੁਸ਼ਗਵਾਰ ਸੋਹਣਾ ਹੋ ਗਿਆ ਤੇ ਉਹਦੇ ਨਾਲ ਥੋੜਾ ਜਿਹਾ ਵਧੀਆ ਹੋ ਗਿਆ। ਤੇ ਇੱਕ ਮੈਂ ਦਾਨੀਵਾਲ ਸਾਹਿਬ ਖਬਰ ਕਿਤੇ ਰਹਿ ਨਾ ਜਾਵੇ, ਕੇਲਿਆਂ ਦਾ ਸਟੋਰ ਹੈਗਾ ਇੱਥੇ, ਕੋਲਡ ਸਟੋਰ। ਅੱਛਾ ਜੀ। ਉੱਥੇ ਇਨਕਮ ਟੈਕਸ ਦੀ ਰੇਡ ਪਈ ਆ। ਅੱਛਾ ਜੀ। ਬਹੁਤ ਵੱਡੀ ਭਾਰੀ ਮਾਤਰਾ 'ਚ ਇਨਕਮ ਟੈਕਸ ਦੀ ਜਿਹੜੀ ਟੀਮ ਹੈ, ਕਰੀਬ 35 ਦੇ ਕਰੀਬ ਉਹਦੇ ਵਿੱਚ ਅਧਿਕਾਰੀ ਸਨ, ਔਰ ਚੰਡੀਗੜ੍ਹ ਤੋਂ ਆਈ ਹੋਈ ਟੀਮ ਹੈ। ਉਹ ਜਿਹੜਾ ਕੋਲਡ ਸਟੋਰ ਇੱਥੇ ਹੈਗਾ ਕੇਲਿਆਂ ਦਾ, ਸਾਡੇ ਇੱਥੇ ਦਾਣਾ ਸਬਜ਼ੀ ਮੰਡੀ ਆ, ਉਹਦੇ ਵਿੱਚ ਬਣਿਆ ਸੀ। ਤਾਂ ਉੱਥੋਂ ਦਾ ਸਾਰਾ ਰਿਕਾਰਡ ਜਿਹੜਾ ਉਹ ਖੰਗਾਲ ਕੇ ਲੈ ਗਿਆ। ਹਾਲਾਂਕਿ ਕੋਈ ਅਧਿਕਾਰੀ ਇੱਥੇ ਬੋਲਣ ਨੂੰ ਤਿਆਰ ਨਹੀਂ ਹੈ ਵੀ ਕੀ ਹੋਇਆ, ਕਿਉਂ ਹੋ ਗਿਆ, ਕਿਉਂਕਿ ਇੱਥੋਂ ਵਾਲਿਆਂ ਨੂੰ ਬਹੁਤਾ ਪਤਾ ਹੀ ਨਹੀਂ ਸੀ। ਤੇ ਇਹ ਵੀ ਦਾਨੇਵਾਲੀ ਸਾਹਿਬ ਸੂਚਨਾ ਆਈ ਕਿ ਫਿਰੋਜ਼ਪੁਰ ਦੇ ਨਾਲ ਹੀ ਫਗਵਾੜੇ ਤੇ ਲੁਧਿਆਣੇ ਵਿੱਚ ਵੀ ਇਹ ਰੇਡ ਪਈ ਹੈ ਤੇ ਨਾਲ ਸਰਸੇ ਵਿੱਚ ਵੀ। ਅੱਜ 4 ਜਗ੍ਹਾ ਤੇ ਇਸ ਟੀਮ ਨੇ ਰੇਡ ਮਾਰੀ। ਸਬਜ਼ੀਆਂ ਵਾਲੇ ਤੇ ਜਿਹੜੇ ਫਰੂਟਾਂ ਵਾਲੇ ਨੇ, ਖਾਸ ਕਰਕੇ ਫਰੂਟ ਜਿਹੜੇ ਦੂਰ ਦਰਾਡੇ ਤੋਂ ਮੰਗਾਉਂਦੇ ਨੇ, ਜਾਂ ਪੱਥਰ ਵਾਲੇ ਹੋ ਗਏ, ਪੱਥਰ ਵਾਲੇ ਤੇ 2 ਬਹੁਤ ਇਸੇ ਤਰ੍ਹਾਂ ਕੰਮ ਚੱਲਦਾ ਇਹਨਾਂ ਦਾ, ਹੈ ਜੀ। ਬਿਲਕੁਲ ਜੀ, ਇਹ ਕਾਫੀ ਵੱਡੀ ਇਹਦੇ ਤੇ ਚਰਚਾ ਸਾਰਾ ਦੁਪਹਿਰ ਜਿਹੜੀ ਲੰਘੀ ਹੈ, ਪੁਲਿਸ ਦੀ ਵੀ ਕਾਫੀ ਘੇਰਾ ਪਿਆ ਹੋਇਆ ਸੀ ਪੁਲਿਸ ਦਾ, ਔਰ ਸਾਰਾ ਰਿਕਾਰਡ ਜਿਹੜੀ ਹੈ ਟੀਮ ਲੈ ਗਈ ਹੈ ਜੀ। ਧੰਨਵਾਦ ਜੀ, ਧੰਨਵਾਦ ਜੀ, ਮਿਹਰਬਾਨੀ ਤੁਹਾਡੀ। ਸੋ ਪ੍ਰੋਗਰਾਮ ਨੂੰ ਅੱਗੇ ਲੈ ਕੇ ਚੱਲਦੇ ਹਾਂ ਜੀ। ਤੇ ਹੁਣ ਇਸ ਵਕਤ ਮੇਰੇ ਨਾਲ ਸੂਰਜ ਜੀ ਜੁੜ ਗਏ ਨੇ ਮੋਗੇ ਤੋਂ। ਸੂਰਜ ਜੀ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸੂਰਜ ਜੀ, ਕਣਕ ਦਾ ਭਾਅ ਬਹੁਤ ਵਧਾਤਾ ਜੀ, ਕਿਸਾਨਾਂ ਨੂੰ ਕਹਿੰਦੇ ਇੰਨਾ ਭਾਅ ਕਰ ਦਿੱਤਾ ਕਿ ਕਿਸਾਨ ਤਰ ਜਾਣਗੇ, ਹੈ ਜੀ। ਡੀਜ਼ਲ ਤਾਂ ਕਹਿੰਦੇ ਵਧਿਆ ਹੀ ਨਹੀਂ ਪਿਛਲੇ ਸਮੇਂ ਦੇ ਵਿੱਚ। ਤੇ ਕੀ ਕਹਿ ਰਹੇ ਨੇ ਜੀ ਕਿਸਾਨ, ਫਿਰ ਖੁਸ਼ ਨੇ? ਨਾ ਜੀ ਨਾ, ਕਿਸਾਨ ਕੋਈ ਐਡੇ ਖੁਸ਼ ਨਹੀਂ ਹੈਗੇ। ਜਿਹੜਾ ਕੇਂਦਰ ਸਰਕਾਰ ਵੱਲੋਂ 40 ਰੁਪਏ ਕੁਇੰਟਲ ਦਾ ਕਣਕ ਦੇ ਜਿਹੜੇ ਭਾਅ ਦੇ ਵਿੱਚ MSP 'ਚ ਵਾਧਾ ਕੀਤਾ ਗਿਆ। ਪਹਿਲਾਂ 1975 ਰੁਪਏ ਭਾਅ ਸੀਗਾ ਤੇ ਹੁਣ ਜਿਹੜਾ 2015 ਰੁਪਏ ਭਾਅ ਕਰ ਦਿੱਤਾ ਗਿਆ। ਨਵਾਂ ਭਾਅ ਜਿਹੜਾ 2015 ਰੁਪਏ ਬੰਨਿਆ ਗਿਆ। ਪਰ ਕਿਸਾਨ ਜਿਹੜੇ ਹੈਗੇ ਆ ਉਹ ਮਹਿੰਗਾਈ ਨੂੰ ਦੇਖਦੇ ਹੋਏ, ਸਰਕਾਰ ਨੇ ਜਿਸ ਤਰ੍ਹਾਂ ਹੈਗਾ ਵਾ ਤੇਲ ਦੀ ਕੀਮਤਾਂ ਦੇ ਭਾਅ ਵਧਾਏ ਹੈਗੇ ਆ, ਜਾਂ ਹੋਰ ਜਿਹੜੀ ਇੰਨੀ ਮਹਿੰਗਾਈ ਵਧੀ ਹੈ, ਯੂਰੀਆ ਖਾਦਾਂ ਦੇ ਭਾਅ ਵਧੇ ਹੈਗੇ ਆ, ਉਸ ਹਿਸਾਬ ਨਾਲ ਜਿਹੜਾ 40 ਰੁਪਏ ਜਿਹੜਾ ਹੈਗਾ ਕੋਈ ਭਾਅ ਨਹੀਂ ਹੈਗਾ ਇੰਨਾ। ਉਹਨਾਂ ਦਾ ਤਾਂ ਇਹੀ ਕਹਿਣਾ ਹੈਗਾ ਵਾ, ਇਹ ਤਾਂ ਕਿਸਾਨਾਂ ਨੂੰ ਐਵੇਂ ਇੱਕ ਦੀਵੇ ਥੱਲੇ ਹਨੇਰਾ ਜਿਵੇਂ ਗੱਲ ਕਰਦੇ, ਉਹੀ ਗੱਲ ਹੈਗੀ ਆ ਵੀ ਕਿਸਾਨਾਂ ਨੂੰ ਕੋਈ ਇਹਦਾ ਲਾਹਾ ਨਹੀਂ ਮਿਲਣ ਵਾਲਾ। ਔਰ ਦੂਜੇ ਪਾਸੇ ਕਿਸਾਨ ਜਿਹੜੇ ਆਪਦੇ ਸੰਘਰਸ਼ ਕਰ ਰਹੇ ਹੈਗੇ ਆ, ਉਹ ਤਾਂ ਹਜੇ ਵੱਖਰੇ ਹੈਗੇ ਆ। ਜਿਹੜਾ ਉਹਨਾਂ ਸੰਘਰਸ਼ ਜਿਹੜਾ ਉਹਨਾਂ ਦਾ ਹਜੇ ਲਗਾਤਾਰ ਜਿਹੜਾ ਜਾਰੀ ਹੈਗਾ ਵਾ, ਉਹਨਾਂ ਨੂੰ ਕੋਈ ਇਨਸਾਫ ਨਹੀਂ ਮਿਲ ਰਿਹਾ। ਜਿਹੜੇ ਉਹ ਆਪਦੀ ਮੰਗਾਂ ਨੂੰ ਲੈ ਕੇ ਚੱਲੇ ਹੈਗੇ ਆ, ਕੇਂਦਰ ਸਰਕਾਰ ਵੱਲੋਂ ਜਿਹੜੇ ਉਹਨਾਂ ਉੱਤੇ ਆਪਦੇ ਫੈਸਲੇ ਥੋਪੇ ਗਏ ਆ, ਉਹਨਾਂ ਨੂੰ ਰੱਦ ਕਰਵਾਉਣ ਲਈ ਸੰਘਰਸ਼ ਕਰ ਰਹੇ ਆ। ਔਰ ਕਿਸਾਨ ਜਿਹੜੇ ਹੈਗੇ ਲਗਾਤਾਰ ਦਿੱਲੀ ਬਾਰਡਰਾਂ ਤੇ ਡਟੇ ਹੋਏ ਹੈਗੇ। ਪਰ ਕੇਂਦਰ ਸਰਕਾਰ ਨੇ ਹੁਣ ਜਿਹੜਾ ਰੇਟ ਵਧਾ ਕੇ ਉਹਨਾਂ ਨੂੰ ਜਿਹੜਾ ਹੈਗਾ ਆਪਦਿਆਂ ਨੂੰ ਇੱਕ ਤੋਹਫਾ ਦੇਣ ਦੀ ਕੋਸ਼ਿਸ਼ ਕੀਤੀ ਹੈ। ਪਰ ਕਿਸਾਨ ਜਿਹੜੇ ਹੈਗੇ, ਸਾਡੀ ਮੰਡੀ ਚਾਹੇ ਕਿਸਾਨਾਂ ਨਾਲ ਗੱਲਬਾਤ ਵੀ ਹੋਈ ਹੈ, ਉਹ ਬਿਲਕੁਲ ਖੁਸ਼ ਨਹੀਂ ਹੈਗੇ। ਉਹਨਾਂ ਦਾ ਇਹੀ ਕਹਿਣਾ ਹੈ 40 ਰੁਪਏ ਕੋਈ ਭਾਅ ਨਹੀਂ ਹੈਗਾ। ਸਵਾਮੀਨਾਥਨ ਦੀ ਰਿਪੋਰਟ ਜਿਹੜੀ ਹੈਗੀ ਆ ਉਹੀ ਲਾਗੂ ਹੋਣੀ ਚਾਹੀਦੀ ਹੈਗੀ ਹੈ। 40 ਰੁਪਏ ਦਾ ਜਿਹੜਾ ਹੈਗਾ ਵਾ 1 ਏਕੜ ਦੇ ਵਿੱਚ ਵੀ ਉਹਨਾਂ ਦਾ ਭਾਅ ਪੂਰਾ ਨਹੀਂ ਹੋ ਸਕਦਾਗਾ। ਇਸ ਕਰਕੇ ਉਹਨਾਂ ਨੇ ਜਿਹੜਾ ਹੈਗਾ ਵਾ ਸਿਰੇ ਤੋਂ ਕੇਂਦਰ ਸਰਕਾਰ ਵੱਲੋਂ ਵਧਾਏ ਗਏ ਭਾਅ ਨੂੰ ਨਕਾਰ ਦਿੱਤਾ। ਕੋਈ ਖੁਸ਼ੀ ਜ਼ਾਹਰ ਨਹੀਂ ਕੀਤੀ। ਐਵੇਂ ਉਹਨਾਂ ਦਾ ਇਹੀ ਕਹਿਣਾ ਹੈਗਾ ਕਿਸਾਨਾਂ ਨੂੰ ਜਿਹੜਾ ਹੈਗਾ ਵਾ ਉਹਨਾਂ ਨੇ ਲੋਲੀਪੌਪ ਥਮਾ ਦਿੱਤਾ ਹੈ ਵੀ ਤੁਹਾਡਾ 40 ਰੁਪਏ ਭਾਅ
ਵਧਾ ਦਿੱਤਾ ਹੈ। ਕਹਿਣ ਦੇ ਮੁਤਾਬਕ ਕੇਂਦਰ ਸਰਕਾਰ ਦਾ ਵੀ ਭਾਵੇਂ ਕਰੋੜਾਂ ਰੁਪਏ ਦਾ ਜਿਹੜਾ ਹੈਗਾ ਵਾ ਉਹਨਾਂ ਨੂੰ ਪੇ ਅਦਾ ਹੋਰ ਜ਼ਿਆਦਾ ਕਰਨਾ ਪਏਗਾ ਪਿਛਲੇ ਸਾਲ ਨਾਲੋਂ 1975 ਤੋਂ ਲੈ ਕੇ 2000 ਪਰ ਕਰੋੜਾਂ ਅਰਬਾਂ ਰੁਪਏ ਦਾ ਡੀਜ਼ਲ 'ਚ ਵੀ ਕਮਾ ਗਏ ਜੀ। ਬਿਲਕੁਲ ਜੀ, ਉਹੀ ਉਹਨਾਂ ਦਾ ਇਹੀ ਕਹਿਣਾ ਵਾ ਵੀ ਜਿਸ ਤਰ੍ਹਾਂ ਡੀਜ਼ਲ ਦੇ ਭਾਅ ਅੱਗ ਵਾਂਗੂ ਵੱਧ ਰਹੇ ਹੈਗੇ, ਕਿਸ ਤਰ੍ਹਾਂ ਹੈਗੇ ਇਹਦੇ ਤੇ ਜਿਹੜੇ ਹੈਗੇ ਕਿਸਾਨ ਨੂੰ ਖੇਤੀ ਤੇ ਜਿਹੜੇ ਹੈਗੇ ਡੀਜ਼ਲ ਦੇ ਉੱਤੇ ਛੂਟ ਮਿਲਣੀ ਚਾਹੀਦੀ ਹੈਗੀ ਹੈ। ਇਹਦੇ ਤੇ ਪੰਜਾਬ ਸਰਕਾਰ ਦੇ ਟੈਕਸ ਵੀ ਬਹੁਤ ਹੈਗੇ, ਕੇਂਦਰ ਸਰਕਾਰ ਦੇ ਤੇਲ ਦੇ ਉੱਤੇ ਟੈਕਸ ਵੀ ਬਹੁਤ ਹੈ। ਉਹ ਟੈਕਸਾਂ ਨੂੰ ਖਤਮ ਕਰਕੇ ਇਹਨਾਂ ਨੂੰ ਜਿਹੜਾ ਹੈਗਾ ਨੋਰਮਲ ਤੇ ਜਿਹੜਾ ਹੈਗਾ ਤੇਲ ਮਿਲਣਾ ਚਾਹੀਦਾ ਹੈ। ਇਹੀ ਕਹਿ ਹੈ ਕਿਸਾਨ ਰੋਸ ਵਜੋਂ ਗੱਲਾਂ ਕਰ ਰਹੇ ਹੈਗੇ ਆ। ਜੇ ਉਧਰ ਹਰਸਿਮਰਤ ਕੌਰ ਬਾਦਲ ਦਾ ਵੀ ਪ੍ਰੈਸ ਬਿਆਨ ਆਇਆ, ਕਹਿੰਦੇ ਜੀ ਸਰਕਾਰ 150 ਰੁਪਏ ਕੁਇੰਟਲ ਦਾ ਘੱਟੋ ਘੱਟ ਵਾਧਾ ਕਰੇ ਤੇ 40 ਗੁਣਾ ਦੇ ਨਿਗੁਣੇ ਵਾਧੇ ਨੂੰ ਜਿਹੜਾ ਵਾਪਸ ਲਵੇ ਜੀ। ਬਿਲਕੁਲ ਜੀ ਬਿਲਕੁਲ, ਜਿਹੜਾ ਹੈਗਾ ਓਪੋਜੀਸ਼ਨ ਪਾਰਟੀਆਂ ਵੀ ਇਹੀ ਕਹਿ ਰਹੀਆਂ ਹੈਗੀਆਂ ਮੈਂ, ਕਿਉਂਕਿ ਇਸ ਟਾਈਮ ਉਹ ਵੀ ਕਿਤੇ ਨਾ ਕਿਤੇ ਕਿਸਾਨਾਂ ਨਾਲ ਖੜੀਆਂ ਹੋਣ ਦੀ ਕੋਸ਼ਿਸ਼ ਕਰ ਰਹੀਆਂ। ਪਰ ਜਿਸ ਤਰ੍ਹਾਂ ਆਏ ਦਿਨ ਜਿਹੜੇ ਹੈਗੇ ਆ ਉਹਨਾਂ ਨਾਲ ਕਿਸਾਨਾਂ ਵੱਲੋਂ ਵੀ ਜਿਹੜਾ ਹੈਗਾ ਵਾ ਸੁਖਬੀਰ ਸਿੰਘ ਬਾਦਲ ਵੱਲੋਂ ਜਿਹੜੀ ਆਪਣੀ 100 ਦਿਨ ਪੰਜਾਬ ਸ਼ੁਰੂ ਕੀਤੀ ਗਈ, ਉੱਥੇ ਉਹਨਾਂ ਨੂੰ ਲੋਕਾਂ ਦੇ ਕਿਸਾਨਾਂ ਦੇ ਸੰਘਰਸ਼ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈਗਾ ਵਾ। ਪਰ ਉਹਨਾਂ ਦਾ ਇਹੀ ਕਹਿਣਾ ਹੈਗਾ ਇਹਦੇ ਵਿੱਚ ਜਿਹੜੇ ਦੂਜੀ ਪਾਰਟੀਆਂ ਦੇ ਬੰਦੇ ਜਿਹੜੇ ਹੈਗੇ ਸ਼ਾਮਲ ਹੋ ਕੇ ਉਹਨਾਂ ਦੇ ਜਿਹੜੇ ਸੰਘਰਸ਼ ਨੂੰ ਫਿੱਕਾ ਪਾਉਣ ਦੀ ਕੋਸ਼ਿਸ਼ ਕਰ ਰਹੇ ਆ। ਇਹਨਾਂ 'ਚ ਕੋਈ ਕਿਸਾਨ ਨਹੀਂ ਹੈਗੇ, ਉਹ ਕਿਸਾਨਾਂ ਦੇ ਜਿਹੜੇ ਸਹੀ ਕਿਸਾਨ ਹੈਗੇ ਉਹਨਾਂ ਦੀ ਪਾਰਟੀ ਅਕਾਲੀ ਦਲ ਪਾਰਟੀ ਉਹਨਾਂ ਦੇ ਨਾਲ ਖੜੀ ਹੈ ਜੀ। ਤੇ ਦੂਸਰਾ ਬੱਸਾਂ, ਤੁਸੀਂ ਬਿਲਕੁਲ ਵਿਚਾਲੇ ਬੈਠੇ ਹੋ ਲਗਭਗ ਪੰਜਾਬ ਦੇ, ਬੱਸਾਂ ਦਾ ਅੱਜ ਕਿਵੇਂ ਰਿਹਾ ਜੀ? ਕਹਿੰਦੇ ਸਰਕਾਰੀ ਬੱਸਾਂ ਤਾਂ ਬਿਲਕੁਲ ਕਈ ਦਿਨਾਂ ਤੋਂ ਬੰਦ ਨੇ ਤੇ ਅੱਜ ਪ੍ਰਾਈਵੇਟ ਵਾਲਿਆਂ ਨੂੰ ਵੀ ਰੋਕ ਲਿਆ ਸੀ, ਪਤਾ ਚੱਲਿਆ। ਬਿਲਕੁਲ ਪ੍ਰਾਈਵੇਟ ਵਾਲਿਆਂ ਨੂੰ ਰੋਕਿਆ ਗਿਆ ਹੈਗਾ ਕਿਉਂਕਿ ਪਿਛਲੇ ਦਿਨੀ ਜਿਹੜੀ ਹੈਗੀ ਹੈ ਪਨਬੱਸ ਨੇ PRTC ਨੇ ਆਪਦੀ ਮੰਗਾਂ ਨੂੰ ਲੈ ਕੇ ਜਿਹੜੀ ਹੜਤਾਲ ਕਰਦੀ ਸੀ, ਉਹਨਾਂ ਨੇ ਪਹਿਲਾਂ ਹੀ ਅਲਟੀਮੇਟਮ ਦੇ ਦਿੱਤਾ ਸੀਗਾ ਵੀ ਅਸੀਂ ਜਿਹੜੀ 5 ਤਰੀਕ ਤੋਂ 6 ਤਰੀਕ ਤੋਂ ਜਿਹੜੀ ਹੜਤਾਲ ਅਣਮਿੱਥੇ ਸਮੇਂ ਲਈ ਜਿਹੜੀ ਹੈਗੀ ਕਰ ਦੇਣੀ ਹੈ। ਕਿਸਾਨਾਂ ਵੱਲੋਂ PRTC ਦੇ ਜਿਹੜੇ ਮੁਲਾਜ਼ਮਾਂ ਵੱਲੋਂ ਡਰਾਈਵਰਾਂ ਵੱਲੋਂ ਕਹਿ ਦਿੱਤਾ ਗਿਆ ਸੀਗਾ, ਜਿਹਦਾ ਸਿੱਧਾ ਖਮਿਆਜਾ ਜਿਹੜਾ ਹੈਗਾ ਵਾ ਯਾਤਰੀਆਂ ਨੂੰ ਭੁਗਤਣਾ ਪੈ ਰਿਹਾ ਕਿਉਂਕਿ ਉਹਨਾਂ ਨੇ ਆਪਦੇ ਜਿਹੜੇ ਜ਼ਰੂਰੀ ਕੰਮਾਂ ਲਈ ਜਿਹੜਾ ਜਾਣਾ ਹੁੰਦਾ ਹੈਗਾ ਵਾ ਉਹ ਹੁਣ ਬੜੇ ਪਰੇਸ਼ਾਨ ਹੁੰਦੇ ਆ। ਉਧਰੋਂ ਅੱਜ ਤੋਂ ਪਹਿਲਾਂ ਜਿਹੜੇ ਦਿਨਾਂ ਤੇ ਤਾਂ ਪ੍ਰਾਈਵੇਟ ਬੱਸਾਂ ਦੇ ਵਿੱਚ ਉਹ ਜਾਂਦੇ ਕਿਉਂਕਿ ਪਹਿਲਾਂ ਪੰਜਾਬ ਸਰਕਾਰ ਵੱਲੋਂ ਜਿਵੇਂ ਮਹਿਲਾਵਾਂ ਵਾਲੇ ਕਿਰਾਇਆ ਦੀ ਛੋਟ ਦਿੱਤੀ ਗਈ ਹੈ, ਹੁਣ ਉਹਨਾਂ ਨੂੰ ਜਿਹੜਾ ਹੈਗਾ ਵਾ ਪ੍ਰਾਈਵੇਟ ਬੱਸਾਂ ਵਾਲਿਆਂ ਨੂੰ ਕਿਰਾਇਆ ਵੀ ਅਦਾ ਕਰਨਾ ਪੈ ਰਿਹਾ ਹੈਗਾ ਵਾ। ਸੋ ਇਸ ਦਾ ਵੀ ਜਿਹੜਾ ਹੈਗਾ ਵਾ ਯਾਤਰੀਆਂ ਤੇ ਕਾਫੀ ਜਿਹੜਾ ਹੈਗਾ ਵਾ ਬੋਝ ਪਿਆ ਹੈਗਾ ਵਾ ਕਿਉਂਕਿ ਇੱਕ ਵਾਰੀ ਜਿਹੜੀ ਚੀਜ਼ ਕਿਸੇ ਨੂੰ ਵੀ ਕੋਈ ਮੁਫਤ ਮਿਲਣ ਲੱਗ ਪੈਂਦੀ ਹੈਗੀ ਹੈ, ਉਸ ਤੋਂ ਬਾਅਦ ਉਹਦੇ ਪੈਸੇ ਜਿਹੜੇ ਅਦਾ ਕਰਨੇ ਉਹ ਬਹੁਤ ਔਖੇ ਲੱਗਦੇ ਹੈਗੇ ਆ। ਇਸ ਗੱਲ ਨੂੰ ਲੈ ਕੇ ਵੀ ਜਿਹੜੇ ਯਾਤਰੀ ਕਾਫੀ ਪਰੇਸ਼ਾਨ ਹੈਗੇ ਆ। ਸਾਨੂੰ ਜਿਹੜੀ ਹੈਗੀ ਮੁਫਤ ਸੇਵਾ ਮਿਲਦੀ ਸੀ ਉਹ ਵੀ ਬੰਦ ਹੋ ਗਈ, ਪਰ ਜਿਹੜੇ ਹੈਗੇ ਉਹਨਾਂ ਦਾ ਸਟਰਗਲ ਜਿਹੜਾ ਚੱਲ ਰਿਹਾ PRTC ਦੇ ਮੁਲਾਜ਼ਮਾਂ ਦਾ, ਡਰਾਈਵਰਾਂ ਦਾ, ਕਨੈਕਟਰਾਂ ਦਾ ਆਪਦਾ ਪੱਕੇ ਹੋਣ ਦੀ ਮੰਗ ਨੂੰ ਲੈ ਕੇ ਕਹਿ ਲਈਏ ਜਾਂ ਹੋਰ ਉਹਦੀਆਂ ਮੰਗਾਂ ਨੂੰ ਲੈ ਕੇ ਕਹਿ ਲਈਏ, ਉਹ ਆਪਦੀ ਥਾਂ ਸਹੀ ਹੈਗੇ ਵੀ ਉਹਨਾਂ ਦੀ ਜਿਹੜੀ ਹੈਗੀ ਮੰਗਾਂ ਪੂਰੀਆਂ ਹੋਣੀਆਂ ਚਾਹੀਦੀਆਂ, ਨਹੀਂ ਤਾਂ ਇਹਨਾਂ ਦਾ ਸੰਘਰਸ਼ ਵੀ ਜਾਰੀ ਰਹੇਗਾ। ਜੀ ਬਿਲਕੁਲ। ਤੇ ਮੌਸਮ ਕਿਵੇਂ ਹੈ ਜੀ? ਦੇਖੋ ਮੌਸਮ ਅੱਜ ਸਵੇਰ ਦਾ ਤਾਂ ਕੱਚਾ ਪੱਕਾ ਜਾਈਏ, ਹੁਣ ਜਿਹੜੀ ਹੈਗੀ ਹੈ ਬਾਰਿਸ਼ ਹੋਣ ਲੱਗ ਪਈ ਹੈ। ਪਿਛਲੇ ਦਿਨੀ ਤਾਂ ਜਿਹੜੀ ਹੈਗੀ ਪਿਛਲੇ ਕਾਫੀ ਮੀਂਹ ਪਿਆ ਸੀਗਾ, ਪਰ ਅੱਜ ਵੀ ਜੇ ਬਰਸਾਤ ਜ਼ਿਆਦਾ ਹੋਏਗੀ ਤੇ ਲੱਗਦਾ ਫਿਰ ਨਗਰ ਨਿਗਮ ਦੀ ਇੱਕ ਵਾਰੀ ਪੋਲ ਖੁੱਲ ਕੇ ਸਾਹਮਣੇ ਆਵੇਗੀ ਜੀ। ਬਹੁਤ ਬਹੁਤ ਧੰਨਵਾਦ, ਸ਼ੁਕਰੀਆ ਤੁਹਾਡਾ ਜੀ, ਮਿਹਰਬਾਨੀ। ਤੇ ਹੁਣ ਆਪਾਂ ਚੱਲਦੇ ਹਾਂ ਜੀ ਫਰੀਦਕੋਟ। ਅਮਨਦੀਪ ਲੱਕੀ ਜੀ ਮੇਰੇ ਨਾਲ ਨੇ। ਅਮਨਦੀਪ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਅਮਨਦੀਪ ਜੀ, ਗੱਲ PRTC ਦੇ ਕੰਮਾਂ ਦੀ ਚੱਲ ਰਹੀ ਸੀ, ਇੱਥੇ ਕੀ ਸਥਿਤੀ ਹੈ ਜੀ? PRTC ਦਾ ਡਿਪੂ ਵੀ ਹੈ ਫਰੀਦਕੋਟ। ਬਿਲਕੁਲ, ਮੈਂ ਦੱਸਣਾ ਚਾਹੂੰਗਾ ਕਿ PRTC ਦੇ ਜਿਹੜੇ ਕੱਚੇ ਮੁਲਾਜ਼ਮ ਹੈਗੇ ਆ ਔਰ ਜਿਹੜੇ ਕੰਟਰੈਕਟ ਬੇਸ ਤੇ ਹੈਗੇ ਆ ਜਿਹੜੇ, ਉਹ ਪਿਛਲੇ ਕਾਫੀ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ ਆ। ਵੈਸੇ ਤਾਂ ਤਕਰੀਬਨ 40-50 ਹਜ਼ਾਰ ਮੁਲਾਜ਼ਮ ਹੈਗੇ ਨੇ ਜਿਹੜੇ ਕੰਟਰੈਕਟ ਤੇ ਕੰਮ ਕਰ ਰਹੇ ਆ ਪੂਰੇ ਅੱਡ ਮਹਿਕਮਿਆਂ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ, ਪਰ ਇਹਨਾਂ ਦਾ ਜਿਹੜਾ ਹੈਗਾ ਸੰਘਰਸ਼ ਹੈਗਾ ਉਹ ਬਹੁਤ ਤਿੱਖਾ ਦਿਖਾਈ ਦੇ ਰਿਹਾ ਹੈਗਾ। ਅੱਜ ਵੀ ਇਹਨਾਂ ਨੇ 4 ਘੰਟੇ ਬੱਸ ਸਟੈਂਡ ਦਾ ਜਿਹੜਾ ਲੌਕ ਲਾ ਕੇ ਬੰਦ ਕਰੀ ਰੱਖਿਆ ਹੈਗਾ ਔਰ ਐਲਾਨ ਕੀਤਾ ਹੈਗਾ ਕਿ ਜੇਕਰ ਸਰਕਾਰ ਹਜੇ ਵੀ ਨਾ ਇਹਨਾਂ ਦੀਆਂ ਮੰਗਾਂ ਮੰਨਣਗੀਆਂ ਤੇ ਆਉਂਦੇ ਦਿਨਾਂ 'ਚ ਇਹਨਾਂ ਦਾ ਜਿਹੜਾ ਸੰਘਰਸ਼ ਹੈਗਾ ਤਿੱਖਾ ਨਜ਼ਰ ਆਊਗਾ। ਔਰ ਮੈਂ ਦੱਸਣਾ ਚਾਹੂੰਗਾ ਕਿ ਪਿਛਲੇ ਦਿਨੀ ਇਹਨਾਂ ਦੇ ਸਕੱਤਰ ਦੀ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਨਾਲ ਗੱਲ ਵੀ ਹੋਈ ਸੀਗੀ, ਲੇਕਿਨ ਕਿਸੇ ਗੱਲ ਤੇ ਨਹੀਂ ਉਹ ਸਿੱਟਾ ਜਿਹੜਾ ਉਹਦਾ ਨਿਕਲਿਆ ਹੈਗਾ, ਜਿਸ ਨੂੰ ਲੈ ਕੇ ਕਿ ਇਹਨਾਂ ਨੇ ਐਲਾਨ ਵੀ ਕੀਤਾ ਹੈਗਾ ਕਿ ਕੱਲ ਦਾ ਜਿਹੜਾ ਦਿਨ ਹੋਊਗਾ ਉਹ ਮੁੱਖ ਮੰਤਰੀ ਦਾ ਜਿਹੜੀ ਰਿਹਾਇਸ਼ ਹੈਗੀ ਹੈ ਸਿਸਮਾ ਫੋਰਮ ਚੰਡੀਗੜ੍ਹ, ਉੱਥੇ ਉਹਦਾ ਕੱਲ ਨੂੰ ਜਿਹੜਾ ਉਹਦਾ ਚੰਡੀਗੜ੍ਹ ਰਿਹਾਇਸ਼ ਦਾ ਜਿਹੜਾ ਘਿਰਾਓ ਕੀਤਾ ਜਾ ਰਿਹਾ ਹੈਗਾ। ਔਰ ਦੂਜੇ ਪਾਸੇ ਜੇਕਰ ਗੱਲ ਕਰ ਲਈਏ ਤਾਂ ਪੰਜਾਬ ਸਰਕਾਰ ਦੀ, ਤਾਂ ਪੰਜਾਬ ਸਰਕਾਰ ਨੇ ਸਪਸ਼ਟ ਲਫ਼ਜ਼ਾਂ ਦੇ ਨਾਲ ਇਹਨਾਂ ਨੂੰ ਇੱਕ ਅਲਟੀਮੇਟਮ ਹੀ ਦੇ ਦਿੱਤਾ ਹੈਗਾ। ਅਖਬਾਰ ਦੇ ਵਿੱਚ ਕਹਿੰਦੇ ਇੱਕ ਐਡ ਦੇ ਕੇ ਸਿੱਧਾ ਕਹਿ ਦਿੱਤਾ ਗਿਆ ਹੈਗਾ ਕਿ ਜੇਕਰ ਇਹ ਜਿਹੜੇ ਕਾਮੇ ਹੈਗੇ ਆ ਆਪਣੀਆਂ ਡਿਊਟੀਆਂ ਤੇ ਵਾਪਸ ਨਹੀਂ ਆਉਂਦੇ ਤਾਂ ਜਿਹੜੀ ਨਵੀਂ ਭਰਤੀ ਹੈ ਜਿਹੜੀ ਉਹ ਕੀਤੀ ਜਾਊਗੀ ਔਰ ਨਵੀਂ ਭਰਤੀ ਨੂੰ ਇਹਨਾਂ ਨੇ ਲਾਗੂ ਕਰ ਦਿੱਤਾ ਹੈਗਾ। ਤਾਂ ਜ਼ਾਹਿਰ ਹੈਗਾ ਕਿ ਆਉਂਦੇ ਦਿਨਾਂ ਦੇ ਵਿੱਚ ਜਿਹੜਾ ਇਹਨਾਂ ਦਾ ਜਿਹੜਾ ਸੰਘਰਸ਼ ਹੈਗਾ ਆਉਂਦੇ ਦਿਨਾਂ ਦੇ ਵਿੱਚ ਹੋਰ ਤਿੱਖਾ ਜਿਹੜਾ ਦਿਖਾਈ ਦੇਊਗਾ। ਜੀ ਬਿਲਕੁਲ, ਕਿਉਂਕਿ ਉੱਧਰੋਂ ਵੋਟਾਂ ਦਾ ਵੀ ਸਮਾਂ ਹੈ ਜੀ
ਤੇ ਦੂਸਰੇ ਪਾਸੇ ਵਿਕਾਸ ਕਾਰਜਾਂ ਤੋਂ ਕਹਿੰਦੇ ਲੋਕ ਕਾਫੀ ਪਰੇਸ਼ਾਨ ਵੀ ਹੋ ਰਹੇ ਨੇ ਤੇ ਖੁਸ਼ ਵੀ ਹੋ ਰਹੇ ਨੇ, ਦੋਹੇ ਪੱਖ ਹੀ ਨੇ। ਤੁਹਾਡੇ ਕੀ ਕੁਝ ਹੋ ਰਿਹਾ ਖਾਸ ਫਰੀਦਕੋਟ 'ਚ? ਦੇਖੋ, ਵਿਕਾਸ ਕਾਰਜਾਂ ਦੀ ਜੇਕਰ ਗੱਲ ਕਰ ਲਈਏ ਤਾਂ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਸੀਵਰੇਜ ਪੈਣ ਦਾ ਜਿਹੜਾ ਕੰਮ ਹੈਗਾ ਉਹ ਤਕਰੀਬਨ ਪਿਛਲੀ ਸਰਕਾਰ ਵੇਲੇ ਦਾ ਹੀ ਚੱਲ ਰਿਹਾ ਹੈਗਾ। ਔਰ ਫੰਡਿੰਗ ਵੀ ਜਿਹੜੀ ਪਿਛਲੀ ਸਰਕਾਰ ਵੇਲੇ ਦੀ ਆਈ ਹੈ ਜਾਂ ਨਹੀਂ ਆਈ, ਇਹਦੇ ਬਾਰੇ ਆਪਾਂ ਕੁਝ ਨਹੀਂ ਕਹਿ ਸਕਦੇ, ਲੇਕਿਨ ਇੰਨਾ ਜ਼ਰੂਰ ਹੈਗਾ ਕਿ ਜਿਹੜਾ ਪਿਛਲੀ ਸਰਕਾਰ ਵੇਲੇ ਦਾ ਜਿਹੜਾ ਸੀਵਰੇਜ ਦਾ ਕੰਮ ਚੱਲ ਰਿਹਾ ਹੈਗਾ, ਲੇਕਿਨ ਸੀਵਰੇਜ ਦੇ ਕੰਮ ਦੇ ਨਾਲ ਜਿਹੜੀਆਂ ਹੋਰ ਚੀਜ਼ਾਂ ਪ੍ਰਭਾਵਿਤ ਹੋ ਰਹੀਆਂ, ਕਿਉਂਕਿ ਨਾਲ ਵਾਟਰ ਵਰਕਸ ਦੀ ਪਾਈਪ ਪੈਣੀ ਹੈ ਔਰ ਨਾਲ ਜਿਹੜੀਆਂ ਇਹਨਾਂ ਦੀਆਂ ਹੋਰ ਕਿਸੇ ਕੰਪਨੀਆਂ ਦੀਆਂ ਜਿਹੜੀਆਂ ਤਾਰਾਂ ਦੀ ਜਿਹੜੀ ਫਿਟਿੰਗ ਹੈਗੀ ਆ ਉਹ ਹੋਈ ਵੀ ਆ। ਜਦੋਂ ਉਹ ਪੁੱਟੀਆਂ ਜਾਂਦੀਆਂ ਹੈਗੀਆਂ ਤਾਂ ਲੋਕ ਬਹੁਤ ਜ਼ਿਆਦਾ ਅਫੈਕਟ ਹੋ ਰਹੇ ਹੈਗੇ ਨੇ, ਲੋਕਾਂ ਨੂੰ ਬਹੁਤ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ। ਆਉਂਦੇ ਦਿਨਾਂ ਦੇ ਵਿੱਚ ਮੈਨੂੰ ਤਾਂ ਇਹ ਲੱਗਦਾ ਹੈਗਾ ਕਿ ਜਿਹੜਾ ਐਜੀਟੇਸ਼ਨ ਹੈਗੇ ਆ, ਜਿਹੜੇ ਲੋਕ ਆਮ ਨੋਰਮਲ ਜਿਹੜੇ ਲੋਕ ਹੈਗੇ ਨੇ, ਆਉਂਦੇ ਦਿਨਾਂ ਦੇ ਵਿੱਚ ਉਹ ਐਜੀਟੇਸ਼ਨ ਤੇ ਮਜਬੂਰ ਹੋਣਗੇ, ਕਿਉਂਕਿ ਉਹਦਾ ਕਾਰਨ ਹੈਗਾ ਕਿ ਜਿਹੜੇ ਇਹ ਵਿਕਾਸ ਕਾਰਜ ਨੇ ਇਹ ਅੱਜ ਦੇ ਨਹੀਂ, ਇਹ ਪਿਛਲੇ 1 ਸਾਲ ਤੋਂ ਤਕਰੀਬਨ ਲਗਾਤਾਰ ਤੋਂ ਚੱਲ ਰਹੇ ਹੈਗੇ ਨੇ, ਲੇਕਿਨ ਲਟਕ ਕੇ ਚੱਲ ਰਹੇ ਨੇ। ਔਰ ਆਉਂਦੇ ਦਿਨਾਂ ਦੇ ਵਿੱਚ ਲੋਕਾਂ ਨੂੰ ਇਸ ਗੱਲ ਦਾ ਜਿਹੜਾ ਸ਼ੰਕਾ ਹੈਗਾ ਉਹ ਜਤਾ ਰਿਹਾ ਹੈਗਾ ਕਿ ਜੇਕਰ ਕੋਡ ਲੱਗ ਗਿਆ ਤੇ ਇਹ ਕੰਮ ਹੈ ਜਿਹੜੇ ਇੱਥੇ ਬੰਦ ਹੋ ਜਾਣਗੇ, ਨਾ ਤਾਂ ਉਹਨਾਂ ਦੀਆਂ ਸੜਕਾਂ ਬਣਨਗੀਆਂ ਔਰ ਨਾ ਹੀ ਉਹਨਾਂ ਦੇ ਜਿਹੜੇ ਅਧੂਰੇ ਪਏ ਕੰਮ ਹੈ ਜਿਹੜੇ ਪੂਰੇ ਹੋਣਗੇ। ਤਾਂ ਜ਼ਾਹਿਰ ਹੈਗਾ ਕਿ ਲੋਕਾਂ ਦੇ ਵਿੱਚ ਜਿਹੜਾ ਰੋਸ ਹੈਗਾ ਉਹ ਬਹੁਤ ਜ਼ਿਆਦਾ ਵੱਧ ਰਿਹਾ ਹੈਗਾ। ਜੀ ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਮਿਹਰਬਾਨੀ ਜੀ ਅਮਨਦੀਪ ਜੀ। ਤੇ ਹੁਣ ਚੱਲਦੇ ਹਾਂ ਨਾਭੇ। ਗੁਰਤੇਜ ਥੂਹੀ ਜੀ ਮੇਰੇ ਨਾਲ ਨੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਥੂਹੀ ਸਾਹਿਬ। ਸਤਿ ਸ਼੍ਰੀ ਅਕਾਲ ਜੀ ਦਾਨੇ ਵਾਲੇ ਸਾਹਿਬ, ਕੀ ਹਾਲ ਚਾਲ ਹੈ ਜੀ? ਠੀਕ ਹੈ ਜੀ। ਤੇ ਘੋੜਿਆਂ ਦੇ ਸ਼ੌਕੀਨਾਂ ਦਾ ਕਹਿੰਦੇ ਮੁਜੱਸਮਾ ਲੱਗ ਗਿਆ ਨਾਭੇ ਦੇ ਵਿੱਚ, ਪੂਰਾ ਕਹਿੰਦੇ ਮੇਲਾ। ਹਾਂਜੀ ਦਾਨੇ ਵਾਲੇ ਸਾਹਿਬ 9, 10, 11 ਤੇ 12 ਨੂੰ ਨਾਭਾ ਵਿਖੇ ਜਿਹੜੇ ਘੋੜਿਆਂ ਦੇ ਸ਼ੌਕੀਨਾਂ ਵਾਸਤੇ ਜਿਹੜੀ ਦੂਰੋਂ ਬਹੁਤ ਹੀ ਵਧੀਆ ਨਸਲਾਂ ਦੇ ਜਿਹੜੇ ਘੋੜੇ ਨੇ ਉਹ ਆਉਣੇ ਨੇ। ਖੱਚਰਾਂ ਵੀ ਜਿਹੜੀਆਂ ਵੈਸੇ ਤਾਂ ਹੁਣ ਘੱਟ ਹੈ, ਜਿਹੜਾ ਇਹਨਾਂ ਦਾ ਘੋੜੇ ਜ਼ਿਆਦਾ ਆਉਣਗੇ ਵਧੀਆ ਨਸਲਾਂ ਦੇ, ਤੇ ਖੱਚਰਾਂ ਵੀ ਆਉਣਗੀਆਂ ਤੇ ਘੋੜਿਆਂ ਦੇ ਸ਼ੌਕੀਨਾਂ ਵਾਸਤੇ ਇੱਕ ਵਧੀਆ ਜਿਹੜਾ ਮੌਕਾ ਹੈ ਜੀ। ਕਿਉਂਕਿ ਤੁਹਾਨੂੰ ਪਤਾ ਹੈ ਕਿ ਅੱਜ ਜਿੱਥੇ ਇਹ ਇੱਕ ਸਾਡੀ ਘੋੜਿਆਂ ਦੇ ਸ਼ੌਕੀਨਾਂ ਸ਼ੌਂਕ ਹੈ, ਉੱਥੇ ਹੀ ਸਹਾਇਕ ਧੰਦਾ ਵੀ ਬਣਦਾ ਜਾ ਰਿਹਾ ਹੈ। ਸਹਾਇਕ ਨਹੀਂ ਜੀ, ਵੱਡਾ ਧੰਦਾ ਹੈ ਤਾਂ ਸਗੋਂ ਹੁਣ। ਬਿਲਕੁਲ ਜੀ, ਬਿਲਕੁਲ। ਤੇ ਕਾਫੀ ਸਾਡੇ ਇੱਥੇ ਨਾਭੇ ਹਲਕੇ ਦੇ ਨੌਜਵਾਨਾਂ ਨੇ ਇਸ ਧੰਦੇ ਨੂੰ ਅਪਣਾਇਆ ਤੇ ਕਾਫੀ ਕਾਮਯਾਬੀ ਵੀ ਹਾਸਲ ਕੀਤੀ ਹੈ ਜੀ। ਸੋ ਇਹ ਵੀ ਪੰਜਾਬ ਦੇ ਜਿਹੜੇ ਇਸ ਲਾਈਨ ਦੇ ਵਿੱਚ ਨੇ ਜਾਂ ਇੰਟਰਸਟ ਰੱਖਦੇ ਨੇ ਉਹਨਾਂ ਲਈ ਇਹ ਵੱਡੀ ਜਾਣਕਾਰੀ ਹੈ ਕਿ ਇਸ ਮੌਕੇ ਦਾ ਜਿਹੜਾ ਲਾਹਾ ਹੈ ਉਹ ਪ੍ਰਾਪਤ ਕਰ ਸਕਦੇ ਨੇ ਜੀ। ਇੱਕ ਸਾਡੇ ਇੱਥੇ ਵੱਡੀ ਸਮੱਸਿਆ ਅਵਾਰਾ ਪਸ਼ੂਆਂ ਦੀ ਤੇ ਕੁੱਤਿਆਂ ਦੀ। ਉਸ ਤੋਂ ਪਹਿਲਾਂ ਆਪਾਂ ਉਹ ਅਵਾਰਾ ਪਸ਼ੂਆਂ ਤੋਂ ਪਹਿਲਾਂ ਜਾਵਾਂਗੇ, ਕਿਹੜੇ ਥਾਂ ਲੱਗ ਰਿਹਾ ਜੀ ਨਾਭੇ ਦੇ ਕਿਹੜੇ ਏਰੀਏ 'ਚ? ਇਹ ਨਾ ਇੱਥੇ ਜਿਹੜੀ ਅਕਾਲੀ ਸਰਕਾਰ ਦੇ ਰਾਜ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਕੁਝ ਮੰਡੀਆਂ ਜਿਹੜੀਆਂ ਨੇ ਅਕਾਲੀ ਸਰਕਾਰ ਦੇ ਰਾਜ 'ਚ ਪਸ਼ੂ ਮੰਡੀਆਂ ਬਣੀਆਂ ਸੀ, ਪਸ਼ੂ ਮੰਡੀਆਂ ਬੜੀਆਂ ਡਿਵੈਲਪ ਕਰੀਆਂ ਸੀ। ਬੌੜਾ ਗੇਟ ਦੇ ਲਾਗੇ ਜਿਹੜੀ ਪਸ਼ੂ ਮੰਡੀ ਹੈ ਨਾਭੇ ਦੀ ਜੀ। ਅੱਛਾ ਜੀ। ਉੱਥੇ ਜਿਹੜਾ ਇਹ ਮੇਲਾ ਲੱਗ ਰਿਹਾ ਹੈ ਤੇ ਇਹ ਜਦੋਂ ਆਪਾਂ ਨਾਭੇ ਤੋਂ ਨਾ ਮਰੇਕੋਟਲੇ ਸਾਈਡ ਨੂੰ ਜਾਂਦੇ ਆ ਜੀ, ਉਹ ਨਾਭਾ ਕ੍ਰਾਸ ਕਰਨ ਸਾਰ ਉੱਥੇ ਇੱਕ ਵੱਡਾ ਜਿਹੜਾ ਹੈਗਾ ਉਹ ਮੰਡੀ ਜਿਹੜੀ ਬਣੀ ਹੋਈ ਹੈ ਤੇ ਝੜੀ ਜੀ ਹੈਗੀ ਹੈ। ਹਾਂਜੀ ਉਹਦੇ ਸਾਹਮਣੇ ਹੁਣ ਪੰਜਾਬ ਸਰਕਾਰ ਨੇ ਇੱਕ ਵੱਡਾ ਜਿਹੜਾ ਪਾਰਕ ਹੈ, ਜਿਹੜਾ ਕੈਬਨਿਟ ਮੰਤਰੀ ਸਾਊ ਸਿੰਘ ਧਰਮਸੋਤ ਨੇ ਉਹ ਵੀ ਲਗਭਗ 3 ਕਿੱਲਿਆਂ ਦੇ ਵਿੱਚ ਉਹ ਪਾਰਕ ਬਣਾਇਆ, ਜਿੱਥੇ ਉਹਨਾਂ ਦਾ ਇੱਕ ਵੀਡੀਓ ਵਾਇਰਲ ਹੋਈ ਸੀ ਵੀ ਇੱਥੇ ਬੰਦਾ ਨਹੀਂ ਵੜਨ ਦੇਣਾ, ਕੁੱਤਾ ਬਿੱਲਾ ਨਹੀਂ ਵੜਨ ਦੇਣਾ। ਬਿਲਕੁਲ ਦਾਨੇ ਵਾਲੀਆ ਸਾਹਿਬ। ਤੇ ਸਾਹਮਣੇ ਹੀ ਇਹ ਮੰਡੀ ਹੈ ਜਿਹੜੀ ਪਸ਼ੂ ਮੰਡੀ। ਵੈਸੇ ਤਾਂ ਪਸ਼ੂ ਮੰਡੀ ਦੀ ਜਿਹੜੀ ਸਮੱਸਿਆ ਹੈ ਉਹ ਤਾਂ ਬੰਦ ਹੋ ਚੁੱਕੀ ਹੈ ਨਾਭੇ ਦੀ। ਮੈਂ ਤੁਹਾਡੀ ਜਾਣਕਾਰੀ ਇਹ ਵੀ ਦੱਸ ਦਿਆਂ ਜੀ। ਉਹਦੇ ਲਈ ਵੀ ਕਾਫੀ ਲੋਕਾਂ ਨੇ ਇੱਥੇ ਉਹ ਕਿਹਾ ਸੀ, ਕਹਿੰਦੇ ਕਵਰੇਜ ਕਰੋ, ਕਿਉਂਕਿ ਪਸ਼ੂ ਕਹਿੰਦੇ ਵੀ ਘੱਟ ਆਉਂਦੇ, ਬਹਾਨਾ ਲਾ ਕੇ ਮਤਲਬ ਪਸ਼ੂ ਮੰਡੀ ਤਾਂ ਛੱਡ ਜਾਂਦੇ ਨੇ। ਹਾਂਜੀ। ਪਰ ਘੋੜਿਆਂ ਦੀ ਮੰਡੀ ਹੈ ਜਿਹੜੀ ਉਹ ਲੱਗ ਰਹੀ ਹੈ ਜੀ। ਇਹ ਜਿਹੜੀ ਜਾਣਕਾਰੀ ਹੈ ਦਰਸ਼ਕ ਹੈ ਜਿਹੜੇ ਇਹਦੀ ਲਾਹਾ ਪ੍ਰਾਪਤ ਕਰ ਸਕਦੇ ਨੇ। ਬਿਲਕੁਲ ਜੀ। ਤੇ ਦੂਡਾ ਦਾਨੇ ਵਾਲੀਆ ਸਾਹਿਬ, ਸਾਡੇ ਨਾ ਨਾਭੇ ਕੱਲ ਅਵਾਰਾ ਕੁੱਤਿਆਂ ਨੇ 4 ਵਿਅਕਤੀਆਂ ਨੂੰ ਕੱਟਿਆ। ਓਹੋ ਦੱਸੋ। ਤੇ ਅਵਾਰਾ ਕੁੱਤੇ ਤੇ ਪਸ਼ੂਆਂ ਦੀ ਬਹੁਤ ਵੱਡੀ ਜਿਹੜੀ ਨਾਭੇ ਦੇ ਵਿੱਚ ਭਰਮਾਰ ਹੈ। ਤੇ ਜਿੱਥੇ ਆਪਾਂ ਨੂੰ ਇਹ ਜਾਣਕਾਰੀ ਦੇ ਰਿਹਾ ਕਿ ਨਾਭੇ ਦੇ ਵਿੱਚ ਜਿਹੜਾ ਰਿਆਸਤੀ ਸ਼ਹਿਰ ਹੈ ਮਹਾਰਾਜਾ ਹਮੀਰ ਸਿੰਘ ਜੀ ਦੀ ਨਗਰੀ ਹੈ ਤੇ ਧਰਮੀ ਰਾਜਿਆਂ ਦਾ ਸ਼ਹਿਰ ਵੀ ਕਿਹਾ ਗਿਆ ਨਾਭੇ ਨੂੰ ਜੀ। ਅੱਛਾ ਜੀ।
ਤੇ ਇੱਥੇ ਬਹੁਤ ਵੱਡੀ ਸਮੱਸਿਆ ਹੈ। ਹਾਲਾਂਕਿ ਤੁਹਾਨੂੰ ਤਾਂ ਜਾਣਕਾਰੀ ਜ਼ਿਆਦਾ ਹੋਊਗਾ ਕਿ ਲਗਭਗ 1 ਦਰਜਨ ਦੇ ਕਰੀਬ ਜੀ ਬਸਤਾਂ ਤੇ ਜਾਂ ਪੰਜਾਬ ਸਰਕਾਰ ਹੈ ਜਿਹੜੀ ਗਊ ਸੈਸ ਲੈ ਰਹੀ ਹੈ ਜੀ। ਪਰੰਤੂ ਫਿਰ ਵੀ ਅਵਾਰਾ ਜਿਹੜੇ ਕੁੱਤੇ ਜਾਂ ਪਸ਼ੂਆਂ ਦੀ ਸਮੱਸਿਆ ਜਿਹੜੀ ਬਹੁਤ ਹੀ ਗੰਭੀਰ ਹੁੰਦੀ ਜਾ ਰਹੀ ਹੈ। ਸੋ ਨਾਭੇ ਨਗਰ ਕੌਂਸਲ ਵੈਸੇ ਤਾਂ ਜਿਹੜੀ ਗਊਸ਼ਾਲਾ ਕਮੇਟੀਆਂ ਨੂੰ 1 ਲੱਖ ਰੁਪਏ ਪ੍ਰਤੀ ਮਹੀਨਾ ਦੇ ਰਹੀ ਹੈ ਜੀ। ਜਿੱਥੇ ਨਗਰ ਕੌਂਸਲ ਇਹ ਕਹਿ ਕੇ ਪੱਲਾ ਝਾੜ ਰਹੀ ਹੈ ਕਿ ਅਸੀਂ 1 ਲੱਖ ਰੁਪਏ ਪ੍ਰਤੀ ਮਹੀਨਾ ਗਊਸ਼ਾਲਾ ਕਮੇਟੀ ਨੂੰ ਦੇ ਰਹੇ ਹਾਂ ਜੀ। ਉੱਥੇ ਗਊਸ਼ਾਲਾ ਦਾ ਇਹ ਤਰਕ ਹੈ, ਅਸੀਂ ਪ੍ਰਧਾਨ ਨਾਲ ਅੱਜ ਵੀ ਗੱਲਬਾਤ ਕੀਤੀ ਸੀ। ਉਹ ਕਹਿੰਦੇ ਵੀ ਅਵਾਰਾ ਪਸ਼ੂਆਂ ਦੀ ਗਿਣਤੀ ਇੰਨੀ ਜ਼ਿਆਦਾ ਹੈ ਜੀ, ਇਹ ਸੰਭਾਲ ਨਹੀਂ ਸਕਦੇ ਵੀ ਘੱਟੋ ਘੱਟ 4-5 ਲੱਖ ਰੁਪਏ ਪ੍ਰਤੀ ਮਹੀਨੇ ਦਾ ਖਰਚਾ ਹੈ। ਵੀ ਉਹਨਾਂ ਨੂੰ ਪਹਿਲਾਂ ਫੜਨਾ, ਫਿਰ ਉਹਨਾਂ ਦੀ ਜਿਹੜੀ ਖੁਰਾਕ ਹੈ ਉਹਨਾਂ ਨੂੰ ਸੰਭਾਲਣਾ, ਉਹਨਾਂ ਦਾ ਪ੍ਰਬੰਧ ਹੈ ਜਿਹੜਾ, ਵੀ ਨਾ ਇੰਨੀ ਸਾਡੇ ਲਵੇ ਜਗ੍ਹਾ ਹੈ ਤੇ ਨਾ ਹਰਾ ਚਾਰਾ ਹੈ, ਵੀ ਸਿਰਫ ਸਮਾਜ ਸੇਵੀਆਂ ਦੇ ਸਿਰ ਤੇ ਜੀ ਇਹ ਗਊਸ਼ਾਲਾ ਚੱਲ ਰਹੀ ਹੈ। ਸਰਕਾਰ ਵੱਲੋਂ ਕੋਈ ਵੀ ਜਿਹੜਾ ਯੋਗਦਾਨ ਹੈ ਉਹ ਨਹੀਂ ਦਿੱਤਾ ਜਾ ਰਿਹਾ। ਹਾਲਾਂਕਿ ਇੰਨਾ ਗਊ ਸੈਸਾ ਜਿਹੜਾ ਜਾਂਦਾ ਕਿੱਥੇ ਹੈ ਜੀ? ਇੰਨਾ ਪੈਸਾ ਇਕੱਠਾ ਕਰ ਲੈ, ਮੈਨੂੰ ਤਾਂ ਸਮਝ ਨਹੀਂ ਆਉਂਦੀ ਜਾਂਦਾ ਕਿੱਥੇ ਉਹ ਜਾਂਦਾ ਕਿੱਥੇ ਹੈ? ਸਰਕਾਰ ਨੂੰ ਜਨਤਕ ਕਰਨਾ ਚਾਹੀਦਾ ਹੈ। ਕੋਈ ਸਮਝ ਨਹੀਂ ਆ ਰਹੀ ਵੀ ਇੰਨੀਆਂ ਬਸਤਾਂ ਤੁਸੀਂ ਗਊ ਸੈਸ ਲੈ ਰਹੇ ਹੋ ਤੇ ਉਹ ਗਊ ਸੈਸ ਜਾਂਦਾ ਕਿੱਥੇ ਹੈ? ਸਮਝ ਤੋਂ ਬਾਹਰ ਹੈ ਇਹ ਗੱਲ ਜੀ। ਤੇ ਇਸ ਮੈਂ ਤਾਂ ਸਮਝਦਾ ਵੀ ਸਮੁੱਚੇ ਪੰਜਾਬ ਦਾ ਹੀ ਇਹ ਇੱਕ ਮਸਲਾ ਹੋਣਾ ਜੀ ਤੇ ਸਰਕਾਰ ਨੂੰ ਇਹਦੇ ਤੇ ਕੋਈ ਪਾਲਿਸੀ ਲਿਆ ਕੇ ਜੀ ਜੀ ਲੋਕਾਂ ਨੂੰ ਇਹ ਤੋਂ ਨਿਜਾਤ ਹੈ ਜਿਹੜੀ ਉਹ ਦਿਵਾਉਣੀ ਚਾਹੀਦੀ ਹੈ। ਤੇ ਇਹ ਜਿਹੜੀ ਬਾਕੀ ਮੌਸਮ ਵਗੈਰਾ ਦਾ ਕੀ ਹਾਲ ਹੈ ਤੁਸੀਂ ਸਭ? ਮੌਸਮ ਜੀ ਅੱਜ ਛਿੱਟੇ ਪਏ ਨੇ, ਥੋੜਾ ਜਿਹਾ 5 ਮਿੰਟ ਹੈ ਜਿਹੜੀ ਉਹ ਜਿਹੜੀ ਹੈਗੀ ਛਿੱਟੇ ਜੇ ਪਏ ਨੇ, ਮਤਲਬ ਹਲਕੀ ਜੀ ਬਾਰਿਸ਼ ਉਹਨੂੰ ਕਹਿ ਸਕਦੇ ਆ ਜੀ। ਵੈਸੇ ਹਲਕੀ ਬੱਦਲਵਾਈ ਹੁਣ ਵੀ ਬਣੀ ਹੋਈ ਹੈ ਦਾਨੇ ਵਾਲੀ ਸਾਹਿਬ। ਤੇ ਵੈਸੇ ਮੌਸਮ ਕੁੱਲ ਮਿਲਾ ਕੇ ਠੀਕ ਹੈ। 5 ਮਿੰਟ ਮਤਲਬ ਜਿਹੜੀ ਹਲਕੀ ਜੀ ਬਾਰਿਸ਼ ਹੈ ਉਹ ਹੋਈ ਹੈ ਦਾਨੇ ਵਾਲੀ ਸਾਹਿਬ। ਅੱਛਾ ਜੀ। ਹਾਂਜੀ ਹਾਂਜੀ। ਕਾਨੂੰਨ ਵਿਵਸਥਾ ਦੀ ਕੀ ਸਥਿਤੀ ਹੈ ਜੀ? ਕਾਨੂੰਨ ਵਿਵਸਥਾ ਦੀ ਕੁੱਲ ਮਿਲਾ ਕੇ ਠੀਕ ਹੈ, ਪਰ ਨਾਭੇ ਏਰੀਏ ਦੇ ਵਿੱਚ ਨਾ ਨਸ਼ਿਆਂ ਦੀ ਜਿਹੜੀ ਹੈਗੀ ਹੈ ਬਹੁਤ ਵੱਡੀ ਸਮੱਸਿਆ ਹੈ। ਇੱਕ ਤਾਂ ਰੋਟੀ ਪੁਲ ਹੈ ਜਿਹੜਾ ਇੱਥੇ ਲਗਾਤਾਰ ਬਹੁਤ ਸਾਲ ਹੋ ਗਏ ਸ਼ਰੇਆਮ ਇੱਥੇ ਜਿਹੜਾ ਹੈਗਾ ਨਸ਼ਾ ਵਿਕਦਾ ਜੀ। ਅੱਛਾ, ਰੋਟੀ ਪੁਲ। ਉਸ ਰੋਟੀ ਪੁਲ ਤੇ ਸੈਂਸੀ ਬਰਾਦਰੀ ਨਾਲ ਸੰਬੰਧਿਤ ਜਿਹੜੇ ਪਰਿਵਾਰ ਨੇ ਉਹ ਪੰਜਾਬ ਸਰਕਾਰ ਦੇ ਸਾਰਾ ਧਿਆਨ ਦੇ ਵਿੱਚ ਹੈ। ਬਹੁਤ ਵਾਰ ਪ੍ਰੈਸ ਨੇ ਕਵਰੇਜ ਵੀ ਕੀਤੀ ਹੈ। ਇੱਥੇ ਇੱਕ ਵਾਰ SSP ਗੁਰਪ੍ਰੀਤ ਗਿੱਲ ਨੇ ਉਹ ਨਿੱਜੀ ਤੌਰ ਤੇ ਪਰਿਵਾਰਾਂ ਨੂੰ ਆ ਕੇ ਮਿਲ ਕੇ ਵੀ ਗਏ ਸੀ, ਪਰੰਤੂ ਕੋਈ ਸਮੱਸਿਆ ਨਹੀਂ। ਕੱਲ ਵੀ ਇੱਕ ਨੌਜਵਾਨ ਹੈ ਜਿਹੜਾ ਉਹ ਕਿਸੇ ਦੀ ਮੋਟਰ ਦੇ ਉੱਤੇ ਟੀਕੇ ਲਗਾ ਰਿਹਾ ਸੀ। ਅੱਛਾ ਜੀ। ਤੇ ਉਹ ਕਿਸਾਨ ਉੱਥੇ ਮੌਕੇ ਤੇ ਆ ਗਿਆ, ਉਹਨੂੰ ਫੜਿਆ, ਉਹਦੇ ਪਰਿਵਾਰ ਕੋਲੇ ਪਹੁੰਚਾਇਆ, ਪਰ ਨਸ਼ਾ ਜਿਹੜਾ ਉਹ ਕਾਫੀ ਮਾਤਰਾ ਚ ਭੁੱਕੀ ਅਫੀਮ ਤੇ ਚਿੱਟਾ ਜਿਹੜਾ ਖਾਸ ਕਰ ਚਿੱਟੇ ਦਾ ਸੇਵਨ ਵੀ ਜਿਹੜਾ ਇਹ ਏਰੀਏ ਜਿਹੜੀ ਹੈ ਉਹ ਵਿਕਰੀ ਵੀ ਜਿਹੜੀ ਹੈ ਉਹ ਕਾਫੀ ਜ਼ਿਆਦਾ ਹੋ ਰਹੀ ਹੈ। ਉਹ ਜਿਹੜੀ ਇਹ ਗੰਭੀਰ ਚਿੰਤਾ ਦਾ ਵਿਸ਼ਾ ਹੈ ਜੀ। ਜੀ ਜੀ। ਸੋ ਇਹ ਤੇ ਵੀ ਸਰਕਾਰ ਨੂੰ ਜਿਹੜਾ ਧਿਆਨ ਦੇਣਾ ਚਾਹੀਦਾ ਜੀ। ਮਿਹਰਬਾਨੀ ਜੀ ਤੁਸੀਂ ਸਭ, ਸ਼ੁਕਰੀਆ। ਠੀਕ ਹੈ ਦਾਨੀ, ਮਿਹਰਬਾਨੀ ਜੀ। ਤੇ ਹੁਣ ਆਪਾਂ ਕਪੂਰਥਲੇ ਵੱਲ ਦਾ ਰੁਖ ਕਰਦੇ ਹਾਂ। ਚਰਨਜੀਤ ਢਿੱਲੋਂ ਮੇਰੇ ਨਾਲ ਨੇ। ਢਿੱਲੋਂ ਸਾਹਿਬ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਦਾਨੇਵਾਲ ਸਾਹਿਬ। ਢਿੱਲੋਂ ਸਾਹਿਬ ਸੀਟ ਬਦਲ ਦਿੱਤੀ ਹੈ ਫਿਰ ਵਿਧਾਨ ਸਭਾ ਅਕਾਲੀ ਦਲ ਵੱਲੋਂ ਜੀ, ਕੀ ਰੌਲਾ ਪੈ ਗਿਆ ਇੱਥੇ ਤੇ ਰਾਤੋਂ ਰਾਤ ਹੀ ਕਹਿੰਦੇ ਹੈ? ਬਿਲਕੁਲ ਜੀ, ਕਪੂਰਥਲਾ ਦੇ ਵਿੱਚ ਜਿਹੜੀ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਜਿਹੜੀ ਸੀਟ ਦਿੱਤੀ ਹੋਈ ਸੀਗੀ, ਜਿਹੜੇ 4-5 ਸਾਲ ਤੋਂ ਮਿਹਨਤ ਕਰ ਰਹੇ ਸੀਗੇ ਔਰ ਦਾਅਵੇਦਾਰ ਵੀ ਘੱਟੋ ਘੱਟ 9-10 ਸੀਗੇ ਅਕਾਲੀ ਦਲ ਦੇ, ਉਹ ਇੱਕ ਕੋਈ 15 ਦਿਨ ਪਹਿਲਾਂ ਕੈਂਟ ਤੋਂ ਜਲੰਧਰ ਤੋਂ ਵੀ ਭੇਜਿਆ ਗਿਆ ਸੀ ਇੱਕ ਦਾਅਵੇਦਾਰ। ਕਾਫੀ ਰੌਲਾ ਰੱਪਾ ਪੈਣ ਤੋਂ ਬਾਅਦ ਰਾਤੋਂ ਰਾਤ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਇਹ ਬਸਪਾ ਨੂੰ ਸੀਟ ਕੀਤੀ ਗਈ, ਜਿਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਲੋਕ ਸਹਿਮਤ ਹੈ ਆ, ਪਰ ਇਹ ਉਹ ਗੱਲ ਹੋ ਗਈ ਕਿ ਨਾਤੀ ਧੋਤੀ ਰਹਿ ਗਈ, ਪੂਛ ਤੇ ਮੱਖੀ ਬਹਿ ਗਈ, ਮੂੰਹ ਤੇ ਮੱਖੀ ਬਹਿ ਗਈ। ਜਿਹੜੇ ਇੰਨੇ ਚਿਰ ਤੋਂ ਹਾਂਜੀ ਹਾਂਜੀ ਜਿਹੜੇ ਇੰਨੇ ਚਿਰ ਤੋਂ ਤਿਆਰੀਆਂ ਕਰ ਰਹੇ ਸੀਗੇ, ਆਪਣੇ ਦਾਅਵੇ ਠੋਕ ਰਹੇ ਸੀਗੇ ਟਿਕਟ ਸਾਨੂੰ ਮਿਲਣੀ ਚਾਹੀਦੀ ਹੈ, ਰਾਣਾ ਗੁਰਜੀਤ ਸਿੰਘ ਦੇ ਵਿਰੁੱਧ ਬੋਲਦੇ ਸੀਗੇ, ਤੇ ਉਹ ਜਿਹੜੀ ਆ ਬਸਪਾ ਨੂੰ ਸੀਟ ਦੇ ਕੇ ਸਿੱਧੀ ਦੀ ਸਿੱਧੀ ਜਿਹੜੀ ਆ ਉਹ ਰਾਣਾ ਗੁਰਜੀਤ ਸਿੰਘ ਦੀ ਝੋਲੀ ਦੇ ਵਿੱਚ ਸੀਟ ਪਾ ਦਿੱਤੀ ਗਈ ਜੀ। ਫਿਰ ਉਹਦਾ ਕੋਈ ਵਿਚਾਰਿਆਂ ਦਾ ਹਾਲ ਕੀ ਆ? ਉਹ ਕੁਝ ਬੋਲਦੇ ਕਿ ਬਹਿ ਕੇ ਘਰਾਂ 'ਚ ਟਿਕ ਕੇ? ਦੇਖੋ ਜੀ, ਗੱਲਬਾਤ ਕੀਤੀ ਸੀ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਦੇ ਨਾਲ। ਉਹ ਕਹਿੰਦੇ ਕਿ ਜੋ ਸਾਡੇ ਪ੍ਰਧਾਨ ਆ, ਸਾਡਾ ਬੌਸ ਵਾ, ਉਹਦਾ ਜੋ ਹੁਕਮ ਆ ਸਾਡਾ ਸਿਰ ਮੱਥੇ ਆ। ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ 2022 ਦੇ ਵਿੱਚ ਅਸੀਂ ਲਿਆਉਣੀ ਆ ਤੇ ਉਹ ਹਰ ਹਾਲਤ ਦੇ ਵਿੱਚ ਲਿਆਉ, ਸੀਟ ਕਿਸੇ ਨੂੰ ਵੀ ਮਿਲੇ। ਅਸੀਂ ਇੱਕ ਸੇਵਾਦਾਰ ਆ ਉਹਨਾਂ ਦਾ, ਇਹ
ਕਹਿਣਾ ਸੀਗਾ ਜੀ। ਤੇ ਕਾਂਗਰਸੀ ਬਿਲਕੁਲ ਜੀ। ਵਿਧਾਇਕ ਨੂੰ ਵੀ ਘੇਰ ਲਿਆ ਜੀ। ਬਿਲਕੁਲ ਜੀ, ਇਹ ਅੱਜ ਕਿਸਾਨਾਂ ਵੱਲੋਂ ਜਿਹੜਾ ਐਲਾਨ ਕੀਤਾ ਗਿਆ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਦੇ ਵਿੱਚ 2019 ਦੇ ਵਿੱਚ ਇੱਕ ਹੜ੍ਹ ਆਏ ਸੀ ਗਿੱਦੜਪਿੰਡੀ ਹਲਕੇ ਦੇ ਵਿੱਚ, ਜਲੰਧਰ ਹਲਕਾ ਔਰ ਸੁਲਤਾਨਪੁਰ ਲੋਧੀ ਦੇ ਹਲਕੇ ਦੇ ਵਿੱਚ। ਉਹਨਾਂ ਦੇ ਵਿੱਚ ਕਈ ਵੱਡੇ ਘਪਲੇ, ਜਿਹੜੇ ਕਈ ਕਿਸਾਨਾਂ ਦੀਆਂ ਫਸਲਾਂ ਖਤਮ ਨਹੀਂ ਹੋਈਆਂ ਸੀ, ਤਬਾਹ ਨਹੀਂ ਹੋਈਆਂ ਸੀ, ਉਹਨਾਂ ਨੂੰ ਮੁਆਵਜ਼ੇ ਪਾਏ ਗਏ। ਤੇ ਕਈ ਜਿਹੜੇ ਕਿਸਾਨਾਂ ਦੀਆਂ ਬਿਲਕੁਲ ਫਸਲਾਂ ਤਬਾਹ ਹੋ ਗਈਆਂ, ਖਤਮ ਹੋ ਗਈਆਂ, ਉਹਨਾਂ ਨੂੰ ਹਜੇ ਤੱਕ ਵੀ ਜਿਹੜੇ ਆ ਉਹ ਮੁਆਵਜ਼ੇ ਨਹੀਂ ਮਿਲੇ। ਤੇ ਕਚਹਿਰੀਆਂ ਦੇ ਵਿੱਚ, ਤਹਿਸੀਲਾਂ ਦੇ ਵਿੱਚ ਜਿਹੜਾ ਸ਼ਰੇਆਮ ਭ੍ਰਿਸ਼ਟਾਚਾਰ ਚੱਲ ਰਿਹਾ ਵਾ, ਔਰ ਦਾਲ ਆਟਾ ਸਕੀਮ ਦੇ ਨਾਮ ਤੇ ਜਿਹੜੀਆਂ ਪਰਚੀਆਂ ਕੱਟੀਆਂ ਗਈਆਂ, ਉਹਨਾਂ ਨੂੰ 6-6 ਮਹੀਨੇ ਹੋ ਗਏ ਪੈਸੇ ਉਹਨਾਂ ਦੇ ਕੋਲ ਲੈ ਹੋਏ ਆ ਤੇ ਉਹਨਾਂ ਨੂੰ ਕਣਕ ਨਹੀਂ ਦਿੱਤੀ ਗਈ। ਇਸੇ ਤਰ੍ਹਾਂ ਭ੍ਰਿਸ਼ਟਾਚਾਰ ਦੇ ਵਿਰੁੱਧ ਜਿਹੜਾ ਉਹ ਕਿਸਾਨਾਂ ਨੇ ਵੱਡਾ ਐਲਾਨ ਕਰ ਦਿੱਤਾ ਕਿ ਜਿਹੜਾ ਕਾਂਗਰਸੀ ਵਿਧਾਇਕ ਨਵਤੇਜ ਸਿੰਘ ਚੀਮਾ ਵਾ, ਉਹਨਾਂ ਦੇ ਘਰ ਦਾ ਜਿਹੜਾ ਉਹ ਘਰਾਓ 13 ਤਰੀਕ ਨੂੰ ਕੀਤਾ ਜਾਵੇਗਾ ਔਰ ਬਹੁਤ ਵੱਡੇ ਲੈਵਲ ਦੇ ਉੱਤੇ। ਤੇ ਇਹਦੇ ਵਿੱਚ ਇਹ ਵੀ ਨਾਲ ਉਹਨਾਂ ਨੇ ਲਿਖਿਆ ਵਾ ਕਿ 550 ਸਾਲ ਤੇ ਘੱਟੋ ਘੱਟ 900 ਦੇ 1000 ਦੇ ਕਰੀਬ ਕਰੋੜ ਰੁਪਈਆ ਆਇਆ, ਉਹਦਾ ਵੀ ਹਿਸਾਬ ਜਿਹੜਾ ਇਹ ਸਾਨੂੰ ਦੇਵੇ ਕਿ ਹਾਂ ਵੀ ਉਹ ਪੈਸਾ ਕਿੱਥੇ ਲਾਇਆ ਗਿਆ, ਇੰਨਾ ਜ਼ਿਆਦਾ ਜਿਹੜਾ ਪੈਸਾ ਆਇਆ ਸੀਗਾ। ਤੇ ਜਿਹੜੇ ਕਾਲਜ ਜਾਂ ਹਸਪਤਾਲ ਦੇ ਨੀਂਹ ਪੱਥਰ ਜਾਂ ਗੁਰੂ ਨਾਨਕ ਦੇਵ ਜੀ ਦੇ ਨਾਮ ਦੇ ਉੱਤੇ ਜਿਹੜੀਆਂ ਯਾਦਗਾਰਾਂ ਬਣਨੀਆਂ ਸੀਗੀਆਂ, ਉਹ ਹਜੇ ਤੱਕ ਸ਼ੁਰੂ ਕਿਉਂ ਨਹੀਂ ਕੀਤੀ ਗਈ, ਇਹ ਵੀ ਨਾਲ ਮੁੱਦੇ ਜਿਹੜੇ ਕਿਸਾਨਾਂ ਵੱਲੋਂ ਰੱਖੇ ਗਏ ਆ। ਔਰ 13 ਤਰੀਕ ਨੂੰ ਜਿਹੜਾ ਬਹੁਤ ਵੱਡਾ ਕਾਫਲਾ ਜਿਹੜਾ ਵਾ ਉਹ ਨਵਤੇਜ ਸਿੰਘ ਚੀਮੇ ਦਾ ਜਿਹੜਾ ਘਰਾਓ ਕਰਨੇ। ਮਿਹਰਬਾਨੀ ਜੀ, ਮਿਹਰਬਾਨੀ। ਤੇ ਅਮਨਦੀਪ ਗੋਸਲ ਮੇਰੇ ਨਾਲ ਨੇ। ਅਮਨਦੀਪ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਅਮਨਦੀਪ ਜੀ, ਕੀ ਐਸੀ ਗੱਲ ਹੋਈ ਕਿ ਅੱਜ ਹਰਸਿਮਰਤ ਕੌਰ ਬਾਦਲ ਨੂੰ ਦੁਬਾਰਾ ਦੁਹਰਾਉਣਾ ਪਿਆ ਕਿ ਸਾਡੇ ਉਮੀਦਵਾਰ ਸਰੂਪ ਚੰਦ ਸਿੰਗਲਾ ਜੀ ਹੀ ਹੋਣਗੇ, ਕਿ ਕੋਈ ਉਮੀਦ ਸੀ ਕਿ ਸ਼ਾਇਦ ਹਨੇਰੀ ਝੱਖੜ ਆ ਜੇ ਜਿਵੇਂ ਕਪੂਰਥਲੇ ਆ ਗਿਆ ਸੀ? ਜੀ ਬਿਲਕੁਲ ਦਾਨੀਆਲ ਸਾਹਿਬ, ਜਿਹੜੀ ਗੱਲ ਕਰ ਰਹੇ ਹੋ ਤੁਸੀਂ ਵੀ ਅੱਜ ਜਿਹੜਾ ਹੈਗਾ ਹਰਸਿਮਰਤ ਨੂੰ ਦੁਬਾਰਾ ਆਪਣਾ ਬਿਆਨ ਕਿਉਂ ਦੁਹਰਾਉਣਾ ਪਿਆ, ਉਹਦੇ ਪਿੱਛੇ ਇੱਕ ਵੱਡਾ ਕਾਰਨ ਇਹ ਸੀ ਜੀ ਵੀ ਸਰੂਪ ਚੰਦ ਸਿੰਗਲਾ ਨੂੰ ਭਾਵੇਂ ਪਿਛਲੇ ਦਿਨੀ ਬਠਿੰਡਾ ਜਦੋਂ ਪ੍ਰਦਰਸ਼ਨ ਕੀਤਾ ਗਿਆ ਸੀ ਤਾਂ ਹਰਸਿਮਰਤ ਕੌਰ ਵੱਲੋਂ ਆਫੀਸ਼ੀਅਲੀ ਨਹੀਂ ਐਲਾਨ ਕੀਤਾ ਗਿਆ ਸੀ। ਉਹਨਾਂ ਨੇ ਐਲਾਨ ਕੀਤਾ ਸੀ ਵੀ ਇਹ ਸਾਡੇ ਉਮੀਦਵਾਰ ਹੋਣਗੇ ਬਠਿੰਡੇ ਤੋਂ। ਤੇ ਬਾਕੀ ਜਿਹੜੇ ਜ਼ਿਲ੍ਹਾ ਬਠਿੰਡਾ ਦੀ ਆਪਾਂ ਗੱਲ ਕਰੀਏ 6 ਕੌਂਸਟੀਚੁਐਂਸੀਆਂ ਦੇ ਵਿੱਚੋਂ 5 ਦਾ ਜਿਹੜਾ ਹੈਗਾ ਐਲਾਨ ਉਹ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਕੀਤਾ ਗਿਆ ਜੀ। ਤੇ ਇਸ ਤੋਂ ਬਾਅਦ ਜਿਹੜਾ ਹੈਗਾ ਸ਼ਹਿਰ ਦੇ ਵਿੱਚ ਚਰਚਾਵਾਂ ਚੱਲ ਰਹੀਆਂ ਸੀਗੀਆਂ। ਚਰਚਾ ਇਹ ਚੱਲ ਰਹੀ ਸੀ ਵੀ ਹੋ ਸਕਦਾ ਵੀ ਸਰੂਪ ਚੰਦ ਸਿੰਗਲਾ ਦੀ ਜਗ੍ਹਾ ਕਿਸੇ ਨਵੇਂ ਚਿਹਰੇ ਨੂੰ ਬਠਿੰਡਾ ਤੋਂ ਟਿਕਟ ਦਿੱਤੀ ਜਾਵੇ ਜੀ। ਇਹਨਾਂ ਅਫਵਾਹਾਂ ਦੇ ਦੌਰ ਨੂੰ ਜਿਹੜਾ ਹੈਗਾ ਠੱਲ ਪਾਉਣ ਲਈ ਅੱਜ ਜਿਹੜਾ ਹੈਗਾ ਬੀਬਾ ਹਰਸਿਮਰਤ ਕੌਰ ਨੂੰ ਆਪਣਾ ਬਿਆਨ ਫਿਰ ਤੋਂ ਦੁਹਰਾਉਣਾ ਪਿਆ। ਉਹਨਾਂ ਨੇ ਸਾਫ਼ ਸ਼ਬਦਾਂ 'ਚ ਕਿਹਾ ਵੀ ਉਹਨਾਂ ਨੇ ਪਾਰਟੀ ਪ੍ਰਧਾਨ ਨੂੰ ਪੁੱਛ ਕੇ ਹੀ ਸਰੂਪ ਚੰਦ ਸਿੰਗਲਾ ਜੀ ਨੂੰ ਬਠਿੰਡਾ ਤੋਂ ਜਿਹੜਾ ਹੈਗਾ ਉਮੀਦਵਾਰ ਲਾਣਿਆ ਸੀ ਤੇ ਉਹੀ ਇੱਥੋਂ ਦੇ ਜਿਹੜੇ ਹੈਗੇ ਆ ਉਮੀਦਵਾਰ ਨੇ ਤੇ ਉਹਨਾਂ ਵੱਲੋਂ ਹੀ ਜਿਹੜਾ ਹੈਗਾ ਵਿਧਾਨ ਸਭਾ ਚੋਣ ਲੜੀ ਜਾਵੇਗੀ ਜੀ। ਜੀ ਚਲੋ। ਤੇ ਬਾਕੀ ਸ਼ਹਿਰ ਦੇ ਵਿੱਚ ਪੁਲ ਨੂੰ ਲੈ ਕੇ ਵੀ ਕਾਫੀ ਸਿਆਸਤ ਚੱਲ ਰਹੀ ਹੈ, ਕਿੱਥੇ ਕਿੱਥੇ? ਜੀ ਬਿਲਕੁਲ, ਜਿਹੜਾ ਬਠਿੰਡਾ ਆਪਾਂ ਗੱਲ ਕਰੀਏ, ਬਠਿੰਡਾ ਬਰਨਾਲਾ ਬਾਈਪਾਸ ਜਿਹੜਾ ਹੈਗਾ ਪੁਲ ਉੱਤੇ ਬਣ ਰਿਹਾ ਹੈਗਾ, ਉਹ ਪੁਲ ਨੂੰ ਲੈ ਕੇ ਜਿਹੜਾ ਹੈਗਾ ਸਿਆਸਤ ਕਾਫੀ ਗਰਮਾਈ ਹੋਈ ਸੀ। ਖਜ਼ਾਨਾ ਮੰਤਰੀ ਦਾ ਲਗਾਤਾਰ ਜਿਹੜਾ ਹੈਗਾ ਘਿਰਾਓ ਕੀਤਾ ਜਾ ਰਿਹਾ ਸੀਗਾ। ਪੁਲ ਦੇ ਨੇੜਲੇ ਇਲਾਕਿਆਂ ਦੇ ਲੋਕਾਂ ਵੱਲੋਂ, ਉਹਨਾਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ, ਜਿਨ੍ਹਾਂ ਦਾ ਕਹਿਣਾ ਸੀ ਵੀ ਇਹ ਪੁਲ ਜਿਹੜਾ ਰੇਤੇ ਮਿੱਟੀ ਵਾਲਾ ਨਾ ਬਣਾ ਕੇ ਪਿੱਲਰਾਂ ਤੇ ਬਣਾਇਆ ਜਾਣਾ ਚਾਹੀਦਾ ਤਾਂ ਜੋ ਟ੍ਰੈਫਿਕ ਦੀ ਸਮੱਸਿਆ ਜਿਹੜੀ ਹੈ ਉਹ ਨਾ ਆਵੇ। ਤੇ ਇਸ ਨੂੰ ਲੈ ਕੇ ਜਿਹੜਾ ਹੈਗਾ ਜੇ ਗੱਲ ਕਰੀਏ ਅਕਾਲੀ ਦਲ ਵੱਲੋਂ ਲਗਾਤਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਸੀਗਾ। ਦੂਜੇ ਪਾਸੇ ਜਿਹੜਾ ਹੈਗਾ ਪੁਲ ਬਣਾਉਣ ਦੀਆਂ ਤਿਆਰੀਆਂ ਜਿਹੜੀਆਂ ਆਰੰਭ ਕਰ ਦਿੱਤੀਆਂ ਗਈਆਂ ਸੀ ਕਾਂਗਰਸ ਸਰਕਾਰ ਵੱਲੋਂ ਜੀ। ਤੇ ਬੀਤੇ ਦਿਨੀ ਜਿਹੜਾ ਹੈਗਾ ਭਾਜਪਾ ਲੀਡਰਸ਼ਿਪ ਵੀ ਕੇਂਦਰ ਦੇ ਵਿੱਚ ਜਿਹੜੀ ਹੈਗੀ ਆ ਨਿਤਨ ਗਡਕਰੀ ਨੂੰ ਮਿਲ ਕੇ ਆਏ ਸੀ ਇਸ ਪੁਲ ਸੰਬੰਧੀ ਅਤੇ ਪਿੱਲਰਾਂ ਦਾ ਪੁਲ ਬਣਾਉਣ ਦੀ ਜਿਹੜੀ ਹੈਗੀ ਹੈ ਉਹਨਾਂ ਨੇ ਜਿਹੜਾ ਬੇਨਤੀ ਕੀਤੀ ਸੀਗੀ ਜੀ। ਤੇ ਜਿਹੜਾ ਹੁਣ ਇਹ ਮਸਲਾ ਹੱਲ ਹੋ ਗਿਆ ਤੇ ਪਿੱਲਰਾਂ ਵਾਲਾ ਪੁਲ ਬਣਾਉਣ ਦਾ ਜਿਹੜਾ ਕੇਂਦਰ ਵੱਲੋਂ ਇਜਾਜ਼ਤ ਦਿੱਤੀ ਗਈ ਹੈ, ਜਿਸ ਨਾਲ ਜਿਹੜਾ ਹੈਗਾ ਉਸ ਇਲਾਕੇ ਦੇ ਆਲੇ ਦੁਆਲੇ ਦੇ ਲੋਕਾਂ ਨੇ ਜਿਹੜੀ ਰਾਹਤ ਮਹਿਸੂਸ ਕੀਤੀ ਹੈ, ਕਿਉਂਕਿ ਉਹ ਭੀੜ ਭਾੜ ਵਾਲਾ ਇਲਾਕਾ ਹੋਣ ਕਰਕੇ ਉੱਥੇ ਕਿਸੇ ਨਾ ਕਿਸੇ ਹਾਦਸੇ ਦਾ ਖਦਸ਼ਾ ਬਣਿਆ ਰਹਿੰਦਾ ਸੀ। ਜੇਕਰ ਮਿੱਟੀ ਵਾਲਾ ਪੁਲ ਬਣਦਾ ਤਾਂ ਉੱਥੇ ਜਿਹੜਾ ਹੈਗਾ ਜਗ੍ਹਾ ਹੋਰ ਜਿਹੜੀ ਹੈਗੀ ਘੱਟ ਜਾਣੀ ਸੀ। ਬਿਲਕੁਲ ਬਿਲਕੁਲ। ਬਹੁਤ ਬਹੁਤ। ਬਾਕੀ ਮੀਂਹ ਕਣੀ ਦਾ ਕੀ ਸਥਿਤੀ ਹੈ ਜੀ? ਗੁਲਾਬੀ ਸੁੰਡੀ ਦਾ ਬੜਾ ਪ੍ਰਕੋਪ ਹੋ ਗਿਆ ਕਹਿੰਦੇ ਲਾਲੇ ਦੁਆਲੇ। ਜੀ ਬਿਲਕੁਲ, ਜਿਹੜਾ ਹੈਗਾ ਗੁਲਾਬੀ ਸੁੰਡੀ ਨੇ 3 ਆਪਾਂ ਕਹਿ ਦਈਏ ਸੂਬਿਆਂ ਦੇ ਵਿੱਚ ਕਹਿਰ ਮਚਾਇਆ ਹੈ, ਹਰਿਆਣਾ, ਰਾਜਸਥਾਨ ਤੇ ਪੰਜਾਬ। ਜਿੰਨੀ ਬੈਲਟ ਗੰਗਾਨਗਰ ਤੋਂ ਲੈ ਕੇ ਜੀਂਦ ਤੱਕ ਜਿਹੜੀ ਕਪਾਹ ਮੰਡੀ ਆਪਾਂ ਗੱਲ ਕਰੀਏ ਕਪਾਹ ਦੀ ਹੈ, ਇੱਥੇ ਜਿਹੜਾ ਹੈਗਾ ਗੁਲਾਬੀ ਸੁੰਡੀ ਦਾ ਕਹਿਰ ਵੇਖਣ ਨੂੰ ਮਿਲ ਰਿਹਾ। ਕਰੀਬ ਜਿਹੜਾ ਹੈਗਾ 40 ਤੋਂ 50% ਫਸਲ ਦੇ ਉੱਪਰ ਜਿਹੜਾ ਹੈਗਾ ਇਸ ਦਾ ਅਸਰ ਹੈ। ਫਿਲਹਾਲ ਜਿਹੜਾ ਹੈਗਾ ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਜਿਹੜੀ ਹੈਗੀ ਸਲਾਹ ਦਿੱਤੀ ਜਾ ਰਹੀ ਹੈ ਵੀ ਬਿਨਾਂ ਜਿਹੜਾ ਹੈਗਾ ਖੇਤੀਬਾੜੀ ਯੂਨੀਵਰਸਿਟੀ ਦੀ
ਜਿਹੜੇ ਹੈਗਾ ਇਜਾਜ਼ਤ ਤੋਂ ਬਿਨਾਂ ਕੋਈ ਵੀ ਸਪਰੇਅ ਨਾ ਵਰਤੀ ਜਾਵੇ। ਜੀ ਫਿਲਹਾਲ ਉਹਨਾਂ ਵੱਲੋਂ ਲਗਾਤਾਰ ਕੈਂਪ ਤੇ ਜਾਗਰੂਕ ਕੈਂਪ ਲਗਾਏ ਜਾ ਰਹੇ ਆ ਤੇ ਚਿੱਟੀ ਆਪਣਾ ਗੁਲਾਬੀ ਜਿਹੜਾ ਹੈਗਾ ਸੁੰਡੀ ਦਾ ਕਹਿਰ ਲਗਾਤਾਰ ਜਾਰੀ ਹੈ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਗੋਸਲ ਸਾਹਿਬ, ਮਿਹਰਬਾਨੀ। ਸੋ ਪ੍ਰੋਗਰਾਮ ਸ਼ਮਾਦਾਨ ਇੱਥੇ ਹੀ ਸਮਾਪਤ ਕਰਨ ਦੀ ਤੁਹਾਡੇ ਤੋਂ ਆਗਿਆ ਲਵਾਂਗੇ ਜੀ। ਜੇਕਰ ਤੁਸੀਂ ਵੀ ਰੇਡੀਓ ਪੰਜਾਬ ਟੂਡੇ ਦੇ ਨਾਲ ਬਤੌਰ ਪੱਤਰਕਾਰ ਜਾਂ ਹੋਸਟ ਕਿਤੋਂ ਵੀ ਜੁੜਨਾ ਚਾਹੁੰਦੇ ਹੋ ਜਾਂ ਸਟੂਡੀਓ ਕਾਇਮ ਕਰਨਾ ਚਾਹੁੰਦੇ ਹੋ ਅਮਰੀਕਾ ਕੈਨੇਡਾ ਦੇ ਕਿਸੇ ਸ਼ਹਿਰ ਦੇ ਵਿੱਚੋਂ ਜਾਂ ਆਸਟ੍ਰੇਲੀਆ ਦੇ ਵਿੱਚੋਂ ਇੰਗਲੈਂਡ ਦੇ ਵਿੱਚੋਂ, ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਫੋਨ ਨੰਬਰ ਹੈ ਜੀ 9780141741 'ਤੇ। ਸ਼ਮਾਦਾਨ।